ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੇਰੇ ਨਾਲ ਇੱਕ ਵਾਰ ਫੇਰ ਡਾਕਟਰ ਅਮਰ ਸਿੰਘ ਆਜ਼ਾਦ ਤੇ ਅੱਜ ਅਸੀਂ ਇੱਕ ਅਜਿਹੇ ਵਿਸ਼ੇ ਤੇ ਚਰਚਾ ਕਰਨ ਜਾ ਰਹੇ ਹਾਂ ਜਿਹੜਾ ਕਿ ਬੜਾ ਗੰਭੀਰ ਮੁੱਦਾ ਹੈ ਤੇ ਜਿਹਦੇ ਉੱਤੇ ਸੁਪਰੀਮ ਕੋਰਟ, ਭਾਰਤ ਦੀ ਸਰਵ ਉੱਚ ਨਿਆਲਿਆ ਯਾਨੀ ਸੁਪਰੀਮ ਕੋਰਟ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ ਤੇ ਇਸ ਮਾਮਲੇ ਦੇ ਵਿੱਚ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਯਾਨੀ ਕਿ ਜਨ ਹਿੱਤ ਪਟੀਸ਼ਨ ਫਾਈਲ ਕੀਤੀ ਗਈ ਹੈ ਤੇ ਜਿਸ ਪਟੀਸ਼ਨ ਦੇ ਵਿੱਚ ਇਹ ਚਿੰਤਾ ਜ਼ਾਹਰ ਕੀਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਫਾਰਮਾਸਿਊਟੀਕਲ ਕੰਪਨੀਆਂ ਯਾਨੀ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਡਾਕਟਰਾਂ ਨੂੰ ਪੈਸੇ ਹਜ਼ਾਰਾਂ ਕਰੋੜਾਂ ਰੁਪਏ ਵੰਡਦੀਆਂ ਨੇ ਤੇ ਸਿਰਫ ਇਸ ਲਈ ਕਿ ਉਹਨਾਂ ਦਾ ਜਿਹੜੀ ਦਵਾਈ ਆ ਉਸ ਨੂੰ ਲਿਖਣ ਤੇ ਉਸ ਨੂੰ ਪ੍ਰਮੋਟ ਕਰਨ। ਇੱਕ ਅਜਿਹੀ ਦਵਾਈ ਦੇ ਸੰਬੰਧ ਵਿੱਚ ਪਟੀਸ਼ਨ ਪਾਰਟਿਕੂਲਰ ਫਾਈਲ ਕੀਤੀ ਗਈ ਹੈ ਤੇ ਉਸ ਸੰਬੰਧ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਨੋਟਿਸ ਕੀਤਾ ਤੇ ਉਹਦਾ ਜਵਾਬ ਮੰਗਿਆ। ਇਸ ਸੰਬੰਧ ਵਿੱਚ ਅਸੀਂ ਚਰਚਾ ਕਰਾਂਗੇ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਦੇ ਨਾਲ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤੋ। ਡਾਕਟਰ ਸਾਹਿਬ, ਮੇਰੇ ਹੱਥ ਦੇ ਵਿੱਚ ਅਮਰ ਉਜਾਲਾ ਦੀ ਇੱਕ ਖਬਰ ਹੈਗੀ ਆ कि ਇਹਦੇ ਵਿੱਚ ਇਹਨਾਂ ਨੇ ਹੈਡਿੰਗ ਲਗਾਇਆ कि सुप्रीम कोर्ट डोलो 650 की बिक्री बढ़ाने के लिए बांटे 1000 करोड़ के गिफ्ट SC में याचिकाकर्ता का दावा। ਤੇ ਇਹਦੇ ਵਿੱਚ ਫਿਰ ਉਹਨਾਂ ਨੇ ਜਿਹੜਾ ਜਨਹਿਤ ਜਿਹੜੀ ਪਟੀਸ਼ਨ ਫਾਈਲ ਕੀਤੀ ਗਈ ਹੈ ਤੇ ਸੁਪਰੀਮ ਕੋਰਟ ਨੇ ਫਿਰ ਇਹਦੇ ਮਾਮਲੇ ਦੇ ਵਿੱਚ 10 ਦਿਨਾਂ ਦੇ ਵਿੱਚ ਜਵਾਬ ਦਾਖਲ ਕਰਨ ਲਈ ਜਿਹੜਾ ਉਹ ਸਰਕਾਰ ਨੂੰ ਕਿਹਾ। ਇਹਦੇ ਵਿੱਚ ਕਾਫੀ ਚਿੰਤਾ ਜ਼ਾਹਰ ਕੀਤੀ ਗਈ ਹੈ, ਇੱਥੋਂ ਤੱਕ ਕਿ ਜਿਹੜੇ ਜਸਟਿਸ ਹੈਗੇ ਨੇ, ਜਿਹੜੇ ਇਸ ਮਾਮਲੇ ਨੂੰ ਦੇਖ ਰਹੇ ਸੀਗੇ, ਜੱਜ ਸੀਗੇ, ਉਹਨਾਂ ਨੇ ਵੀ ਇਸ ਗੱਲ 'ਤੇ ਚਿੰਤਾ ਜ਼ਾਹਰ ਕੀਤੀ ਹੈ ਕਿ ਉਹਨਾਂ ਨੂੰ ਵੀ ਕਰੋਨਾ ਹੋਇਆ ਸੀਗਾ ਤੇ ਜਦੋਂ ਉਹਨਾਂ ਨੂੰ ਕਰੋਨਾ ਹੋਇਆ ਤਾਂ ਉਦੋਂ ਫਿਰ ਉਹਨਾਂ ਨੂੰ ਵੀ 650 ਡੋਲੋ ਜਿਹੜੀ ਹੈ ਡੋਲੋ 650 ਇਹ ਰਿਕਮੈਂਡ ਕੀਤੀ ਗਈ ਸੀ ਤੇ ਡੋਲੋ 650 ਦੇ ਸੰਬੰਧ ਵਿੱਚ ਹੀ ਪਟੀਸ਼ਨ ਫਾਈਲ ਕੀਤੀ ਗਈ ਹੈ ਜਿਹਦੇ ਵਿੱਚ ਦਾਅਵਾ ਕੀਤਾ ਗਿਆ ਕਿ ਡੋਲੋ ਜਿਹੜੀ ਹੈ ਉਹ ਉਸ ਦੀ ਵਿਕਰੀ ਵਧਾਉਣ ਲਈ 1000 ਕਰੋੜ ਰੁਪਏ ਦੇ ਗਿਫਟ ਵੰਡੇ ਗਏ ਨੇ। ਸੋ ਬੜਾ ਗੰਭੀਰ ਮੁੱਦਾ ਹੈਗਾ। ਤੁਸੀਂ ਵੀ ਜਿਹੜੀ ਐਲੋਪੈਥੀ ਦੇ ਵਿੱਚ ਡਬਲ MD ਕੀਤੀ ਹੋਈ ਹੈ ਤੇ ਲਗਭਗ 50 ਸਾਲ ਦਾ ਤਜਰਬਾ ਹੈਗਾ। ਵੱਖ-ਵੱਖ ਸਮੇਂ ਦੇ ਉੱਤੇ ਤੁਸੀਂ ਹਸਪੀਟਲਾਂ ਦੇ ਵਿੱਚ ਜਿਹੜੇ ਉਹ ਡਿਊਟੀਆਂ ਨਿਭਾਈਆਂ ਹੈਗੀਆਂ ਨੇ ਸਰਕਾਰੀ ਡਾਕਟਰ ਦੇ ਤੌਰ ਦੇ ਉੱਤੇ, ਤੇ ਤੁਹਾਡਾ ਕੀ ਤਜਰਬਾ ਰਿਹਾ ਇਸ ਮਾਮਲੇ ਨੂੰ ਲੈ ਕੇ? ਕੁਲਵੰਤ ਜੀ, ਇਹ ਜਿਹੜੀ ਇੱਕ ਦਵਾਈ ਪਾਰਟਿਕੂਲਰ ਬ੍ਰਾਂਡ ਦੀ ਦਵਾਈ ਦੇ ਇਸ ਕਿਸਮ ਦੀ ਜਿਹੜੀ ਉਹਨਾਂ ਨੇ ਮੈਲ ਪ੍ਰੈਕਟਿਸ ਕੀਤੀ ਹੈ ਵੱਡੇ ਪੱਧਰ 'ਤੇ, ਦੇਸ਼ ਦੇ ਪੱਧਰ 'ਤੇ, ਉਹਦੇ ਸੰਬੰਧ ਜਿਹੜੀ ਪਟੀਸ਼ਨ ਪਈ ਹੈ ਇਹ ਬਿਲਕੁਲ ਸੱਚੀ ਪਟੀਸ਼ਨ ਹੈ। ਇਹੋ ਜਿਹੀਆਂ ਹਜ਼ਾਰਾਂ ਪਟੀਸ਼ਨਾਂ ਪਾਈਆਂ ਜਾ ਸਕਦੀਆਂ ਨੇ ਕਿਉਂਕਿ ਇਹੋ ਜਿਹੇ ਜਿਹੜੇ ਇਕੱਲਾ ਇੱਕ ਦਵਾਈ ਦਾ ਮਸਲਾ ਨਹੀਂ ਹੈ, ਬਹੁਤ ਦਵਾਈਆਂ 'ਚ ਇੱਦਾਂ ਹੀ ਹੁੰਦਾ ਤੇ ਲਗਭਗ ਪੂਰਾ ਜਿਹੜਾ ਜਿਹਨੂੰ ਆਪਾਂ ਕਹਿੰਦੇ ਫਾਰਮਾ ਕੰਪਨੀਆਂ ਜਿਹੜੀਆਂ ਨੇ, ਜਿਹੜੀਆਂ ਕਿ ਦੁਨੀਆ ਦੀਆਂ ਰਿਚੈਸਟ ਕੰਪਨੀਆਂ ਨੇ, ਉਹਦੀ ਜਿਹੜੀ ਮਤਲਬ ਜੇ ਆਪਾਂ ਅੱਗੇ ਵੀ ਇੱਕ ਦੋ ਵਾਰੀ ਉਦਾਹਰਨ ਦਿੱਤੀ ਹੈ ਕਿ ਜੇ 500 ਸਭ ਤੋਂ ਅਮੀਰ ਕੰਪਨੀਆਂ ਲਈਏ ਦੁਨੀਆ ਦੀਆਂ ਤਾਂ ਉਹਦੇ ਜਿਹੜੀਆਂ 10 ਫਾਰਮਾ ਕੰਪਨੀਆਂ ਨੇ ਉਹਨਾਂ ਦੇ ਜਿਹੜੀ ਇਨਕਮ ਹੈ, ਉਹਨਾਂ ਦੇ ਟਰਨਓਵਰ ਹੈ, ਉਹ ਜਿਹੜੀ ਹੈ ਬਾਕੀ 490 ਕੰਪਨੀਆਂ ਤੋਂ ਉੱਪਰ ਹੈ। ਇੰਨੀਆਂ ਵੱਡੀਆਂ ਤੁਸੀਂ ਹਿਸਾਬ ਲਾ ਲਓ ਕਿੰਨੀਆਂ ਵੱਡੀਆਂ ਨੇ। ਇੱਕ ਪਾਸੇ 10 ਕੰਪਨੀਆਂ ਫਾਰਮਾ ਦੀਆਂ, ਇੱਕ ਪਾਸੇ ਬਾਕੀ 490 ਕੰਪਨੀਆਂ ਜੀ। ਤਾਂ ਇਹ ਜਿਹੜਾ ਵਰਤਾਰਾ, ਦੂਜੀ ਗੱਲ ਜਿਹੜਾ ਬੜੇ ਲੰਬੇ ਸਮੇਂ ਤੋਂ ਜਿਹੜਾ ਅਸੀਂ ਜਿਹੜੇ ਲੋਕ ਇਸ ਮਾਮਲੇ 'ਚ ਜਿਹੜੇ ਆਪਣੀ ਆਤਮਾ ਦੀ ਆਵਾਜ਼ ਸੁਣਨ ਵਾਲੇ ਨੇ ਜਾਂ ਜਿਨ੍ਹਾਂ ਨੂੰ ਲੋਕਾਂ ਦੀ ਸਿਹਤ ਦੀ ਜਿਹੜੀ ਕੋਈ ਸਰੋਕਾਰ ਹੈ, ਅਸੀਂ ਬਹੁਤ ਲੰਬੇ ਸਮੇਂ ਤੋਂ ਕਹਿ ਰਹੇ ਹਾਂ ਕਿ ਜਿਹੜਾ ਫਾਰਮਾ ਕੰਪਨੀਆਂ ਦਾ ਕੰਮ ਕਰਨ ਦਾ ਤਰੀਕਾ ਉਹ ਬਹੁਤ ਹੀ ਜਿਹੜਾ ਮਾਫੀਆ ਸਟਾਈਲ ਹੈ ਜੀ। ਤਾਂ ਹੀ ਇਹਨੂੰ ਫਾਰਮਾ ਮਾਫੀਆ ਕਹਿੰਦੇ ਅਸੀਂ। ਮਾਫੀਆ ਦਾ ਕੀ ਮਤਲਬ ਹੁੰਦਾ? ਮਾਫੀਆ ਦਾ ਮਤਲਬ ਹੁੰਦਾ ਆਰਗੇਨਾਈਜ਼ਡ ਢੰਗ ਦਾ ਕ੍ਰਾਈਮ ਤੇ ਆਰਗੇਨਾਈਜ਼ਡ ਢੰਗ ਦੀ ਲੁੱਟ। ਕਿ ਪਲਾਨ ਕੀਤਾ ਜਾਂਦਾ ਕਿ ਇਸ ਢੰਗ ਦੇ ਨਾਲ ਲੁੱਟਣਾ ਤੇ ਇਸ ਢੰਗ ਦੇ ਨਾਲ ਸਾਰਾ ਜਿਹੜਾ ਉਹ ਬਿਨਾਂ ਲੋਕਾਂ ਨੂੰ ਬੇਵਕੂਫ ਬਣਾ ਕੇ, ਮੂਰਖ ਬਣਾ ਕੇ, ਉਲਝਾ ਕੇ ਤੇ ਉਹਦੇ 'ਚ ਅੰਦਰ ਜਿਹੜਾ ਬਰਾਈਬ ਕਰਕੇ ਗੌਰਮੈਂਟ ਦੇ ਤੇ ਜਿਹੜੇ ਬਾਕੀ ਪ੍ਰੋਫੈਸ਼ਨਸ ਨੇ ਉਹਨੂੰ ਬਰਾਈਬ ਕਰਕੇ ਕਿਵੇਂ ਜਿਹੜਾ ਹੈ ਸਾਰਾ ਦਾ ਸਾਰਾ ਇਹ ਧੰਦਾ ਚਲਾਇਆ ਜਾਂਦਾ। ਦੈਟ ਇਜ਼ ਮਾਫੀਆ। ਤਾਂ ਇਹ ਜਿਹੜਾ ਫਾਰਮਾ ਕੰਪਨੀਆਂ ਦਾ ਜਿਹੜਾ ਸਟਾਈਲ ਆਫ ਆਪਰੇਸ਼ਨ ਹੈ ਇਹ ਮਾਫੀਆ ਸਟਾਈਲ ਹੈ। ਅਸੀਂ ਅੱਜ ਨਹੀਂ ਕਹਿ ਰਹੇ, ਬਹੁਤ ਸਾਲਾਂ ਤੋਂ ਕਹਿ ਰਹੇ ਹਾਂ ਕਿ ਮਾਫੀਆ ਹੈ, ਫਾਰਮਾ ਮਾਫੀਆ ਹੈ। ਤਾਂ ਉਹ ਮਾਫੀਆ ਸਟਾਈਲ ਜਿਹੜਾ ਹੈ ਉਹ ਕਿਤੇ ਨਾ ਕਿਤੇ ਬਹੁਤ ਹੀ ਵੱਡੇ ਪੱਧਰ 'ਤੇ ਇੰਟਰਨੈਸ਼ਨਲ ਲੈਵਲ 'ਤੇ ਇਹ ਆਰਗੇਨਾਈਜ਼ ਹੁੰਦਾ। ਇਹ ਕੋਈ ਛੋਟਾ ਮੋਟਾ ਵਰਤਾਰਾ ਨਹੀਂ ਹੈ। ਜਿਹੜੀ ਇੱਕ ਪਟੀਸ਼ਨ ਹੋਈ ਹੈ ਜਸਟ ਉਹਦੀ ਇੱਕ ਜਿਹਨੂੰ ਕਹਿੰਦੇ ਆ ਟਿਪ ਆਫ ਦੀ ਆਈਸਬਰਗ ਵੀ ਨਹੀਂ ਹੈ, ਇਹ ਬਹੁਤ ਛੋਟੀ ਟਿਪ ਦੀ ਵੀ ਟਿਪ ਹੈ।
ਇਸ ਕਿਸਮ ਦਾ ਵਰਤਾਰਾ ਇਹਦੇ 'ਚ ਜਿਹੜਾ ਹੈ ਲੈ ਕੇ ਹਿਊਮਨ ਫਾਰਮਾ ਕੰਪਨੀਆਂ ਨੇ ਇਕੱਲਾ ਹਿਊਮਨ ਬੀਇੰਗ ਦਾ ਦਵਾਈਆਂ ਨਹੀਂ ਬਣਾਉਂਦੀਆਂ, ਇਹ ਜਿਹੜੀਆਂ ਨੇ ਜਿਹੜੀਆਂ ਐਨੀਮਲ ਦੀਆਂ ਦਵਾਈਆਂ ਵੀ ਬਣਾਉਂਦੀਆਂ ਨੇ, ਵੈਟਰਨਰੀ ਦੀਆਂ ਵੀ, ਔਰ ਇਹੀ ਕੰਪਨੀਆਂ ਨੇ ਲਗਭਗ ਜਿਹਨਾਂ ਨੇ ਐਗਰੋ ਕੈਮੀਕਲ ਬਣਾ ਰਹੀਆਂ ਨੇ। ਇਹ ਇੱਕੋ ਹੀ ਵਰਤਾਰਾ ਹੈ, ਇੱਕੋ ਜਿਹਾ ਉਹਨਾਂ ਦਾ ਕਿਰਦਾਰ ਹੈ, ਇੱਕੋ ਜਿਹਾ ਉਹਨਾਂ ਦਾ ਸਟਾਈਲ ਆਫ ਆਪਰੇਸ਼ਨ ਹੈ। ਚਾਹੇ ਉਹ ਐਗਰੋ ਕੈਮੀਕਲਸ ਬਣਾਉਂਦੇ ਨੇ, ਚਾਹੇ ਉਹ ਵੈਟਰਨਰੀ ਜਿਹੜੀਆਂ ਫਾਰਮੂਲੇਸ਼ਨਸ ਬਣਾਉਂਦੇ ਨੇ, ਤੇ ਚਾਹੇ ਉਹ ਹਿਊਮਨ ਹੈਲਥ ਦੀਆਂ ਬਣਾਉਂਦੇ ਨੇ। ਇਹ ਪੂਰੇ ਦਾ ਪੂਰਾ ਵਰਤਾਰਾ ਕੰਪਨੀਆਂ ਸੇਮ ਨੇ ਲਗਭਗ। ਕਿਸੇ ਕੰਪਨੀ ਦੇ ਇੱਧਰ ਸ਼ੇਅਰ ਜ਼ਿਆਦਾ ਨੇ, ਕਿਸੇ ਦੇ ਇੱਧਰ ਸ਼ੇਅਰ ਜ਼ਿਆਦਾ ਨੇ, ਤੇ ਹੈ ਲਗਭਗ ਉਹੀ ਸੀਮਤ ਜਿਹੀਆਂ ਕੰਪਨੀਆਂ ਨੇ। ਔਰ ਲਗਭਗ ਇਹ ਕੰਪਨੀਆਂ ਸਾਰੀਆਂ, ਇਹਨਾਂ 'ਚੋਂ ਬਹੁਤੀਆਂ ਕੰਪਨੀਆਂ ਜਿਹੜੀਆਂ ਨੇ ਉਹ ਬਹੁਤੀਆਂ ਜਿਹੜੀਆਂ ਬਿਗੈਸਟ ਕੰਪਨੀਆਂ ਨੇ, ਉਹ ਜਾਂ ਤਾਂ ਫੋਰਨ ਨੇ ਜਾਂ ਫੋਰਨ ਕੋਲੈਬੋਰੇਸ਼ਨ ਵਾਲੀਆਂ ਇੰਡੀਅਨ ਕੰਪਨੀਜ਼ ਨੇ। ਇੰਡੀਅਨ ਕੰਪਨੀਆਂ ਸ਼ੁੱਧ ਇੰਡੀਅਨ ਨਹੀਂ ਹੈਗੀਆਂ, ਸ਼ੁੱਧ ਇੰਡੀਅਨ ਕੰਪਨੀਆਂ ਕਾਦੀਆਂ ਇਹਨਾਂ ਨੇ ਤੋੜ ਤਾੜ ਕੇ ਭੰਨ ਤੋੜ ਕਰਕੇ ਕਿਤੇ ਮਾਰੀਆਂ। ਉਹ ਇੰਡੀਅਨ ਡਰੱਗ IDPL ਹੁੰਦੀ ਸੀ, HAL ਹੁੰਦੀ ਸੀ, ਇਹ ਬਹੁਤ ਸਾਰੀਆਂ ਇੰਡੀਅਨ ਕੰਪਨੀਆਂ ਜਿਹੜੀਆਂ ਸਰਕਾਰ ਗਵਰਨਮੈਂਟ ਓਨਡ ਸੀਗੀਆਂ, ਤਾਂ ਉਹ ਇਹਨਾਂ ਨੇ ਭੰਨ ਤੋੜ ਕਰਕੇ ਪੰਜਾਬ 'ਚ ਦਿੱਤੀਆਂ ਨੇ। ਤਾਂ ਹੁਣ ਇਹਨਾਂ ਦਾ ਰਾਜ ਹੈ, ਜਿਹੜੀਆਂ ਇਹ ਬਹੁਤੀਆਂ ਮਲਟੀਨੈਸ਼ਨਲ ਕੰਪਨੀਆਂ ਨੇ, ਉਹਦੇ 'ਚ ਕੁਝ ਕੰਪਨੀਆਂ 'ਚ ਇੰਡੀਅਨ ਕੰਪਨੀਆਂ ਵੀ ਸ਼ੇਅਰ ਹੋਲਡਰ ਨੇ, ਕੁਝ ਕੰਪਨੀਆਂ ਐਕਸਕਲੂਸਿਵ ਜਿਹੜੀਆਂ ਨੇ ਉਹ ਫੋਰਨ ਨੇ। ਤਾਂ ਇਹਨਾਂ ਨੂੰ ਆਪਾਂ ਮਲਟੀਨੈਸ਼ਨਲ ਕੰਪਨੀਆਂ ਕਹਿੰਦੇ ਹਾਂ, ਜਿਹਨਾਂ ਦੀ ਪਾਰਟਨਰਸ਼ਿਪ ਵੀ ਮਲਟੀਲੀ ਕੰਟਰੀ ਹੁੰਦੀ ਹੈ, ਅਤੇ ਜਿਹਨਾਂ ਦੀ ਜਿਹੜੀ ਹੈ ਅਸੈਟਸ ਨੇ, ਅਤੇ ਜਿਹਨਾਂ ਦੇ ਡਿਸਟਰੀਬਿਊਸ਼ਨ ਹੈ, ਜਿਹਨਾਂ ਦੀ ਸੇਲ ਹੈ, ਉਹ ਵੀ ਗਲੋਬਲ ਹੁੰਦੀ ਹੈ। ਤਾਂ ਇਹ ਕੰਪਨੀਆਂ ਬਹੁਤ ਹਿਊਜ ਕੰਪਨੀਆਂ ਨੇ, ਦਿਓ ਕੱਦ ਕੰਪਨੀਆਂ ਨੇ ਇਹ। ਅਤੇ ਇਹ ਸਾਰੇ ਇਹੋ ਜਿਹੇ ਕਿਰਦਾਰ ਵਰਤਦੀਆਂ ਨੇ। ਕੋਈ ਐਥਿਕਸ ਨਹੀਂ ਹੈ ਇਹਨਾਂ ਨੂੰ, ਨਾ ਤਾਂ ਕੋਈ ਬਾਦਰਡ ਨੇ ਇਹ ਵੀ ਅਸੀਂ ਕੋਈ ਐਥੀਕਲ ਕੰਮ ਕਰਨਾ, ਨਾ ਇਹ ਬਾਦਰਡ ਨੇ ਹੈਲਥ ਬਾਰੇ। ਇਹਨਾਂ ਦੇ ਜਿਹੜੇ ਸਾਰੇ ਵਰਤਾਰੇ ਦੇ ਅੰਦਰ ਇੱਕ ਸਿੰਗਲ ਵਰਤਾਰਾ ਹੁੰਦਾ ਪ੍ਰੋਫਿਟ, ਕਿ ਪ੍ਰੋਫਿਟ ਮੈਕਸੀਮਾਈਜੇਸ਼ਨ ਕਿੱਦਾਂ ਕਰਨੀ ਹੈ। ਉਹਦੇ ਲਈ ਜੋ ਮਰਜ਼ੀ ਇਹ ਅਨਐਥੀਕਲ ਗੱਲਾਂ ਕਰਦੇ ਨੇ, ਅਤੇ ਜੋ ਮਰਜ਼ੀ ਇਹ ਆਪਣੇ ਹਿਸਾਬ ਨਾਲ ਕਾਨੂੰਨ ਬਣਾਉਂਦੇ ਅਤੇ ਆਪਣੇ ਹਿਸਾਬ ਨਾਲ ਕਾਨੂੰਨ ਤੋੜਦੇ ਆ। ਅਤੇ ਇਸ ਕਰਕੇ ਇਹ ਵਰਤਾਰਾ ਬਹੁਤ ਕਾਫੀ ਸਾਲਾਂ ਤੋਂ ਚੱਲ ਰਿਹਾ। ਔਰ ਅਸੀਂ ਆ ਜਿਹੜਾ ਪਿਛਲੇ 2-2.5 ਸਾਲ 'ਚ ਜੋ ਵਰਤਾਰਾ ਹੋਇਆ, ਜਿਹਦਾ ਐਲੀਗੇਸ਼ਨ ਲਾਇਆ ਗਿਆ ਹੈ ਜਿਸ ਪੀਰੀਅਡ ਦਾ, ਉਸ ਪੀਰੀਅਡ ਦੇ ਅੰਦਰ ਅਸੀਂ ਬਹੁਤ ਸਾਰੀਆਂ ਵੀਡੀਓ ਦੇ ਅੰਦਰ ਪਿੱਟ ਕੇ ਮਰ ਗਏ ਕਿ ਵੀ ਜਿਹੜਾ ਇਹ ਵਰਤਾਰਾ ਹੈ ਪੈਰਾਸਟਾਮੋਲ ਦੇਣ ਵਾਲਾ, ਡੋਲੋ ਦੇਣ ਵਾਲਾ, ਇਹ ਬੰਦ ਕਰੋ। ਕਿਉਂਕਿ ਜਿਹੜਾ ਵਿਗਿਆਨ ਹੈ ਉਹ ਨਹੀਂ ਕਹਿੰਦਾ, ਇਹ ਕੋਈ ਵਿਗਿਆਨ ਨਹੀਂ ਕਹਿੰਦਾ ਕਿ ਬੁਖਾਰ ਉਤਾਰੋ ਇੱਦਾਂ। ਸਾਡੀ ਕਿਤਾਬਾਂ 'ਤੇ ਉਲਟ ਲਿਖਿਆ ਹੋਇਆ, ਬੁੱਕਸ ਲਿਖਿਆ ਹੋਇਆ ਗਿਵ ਮੀ ਫੀਵਰ ਆਈ ਵਿਲ ਕਿਉਰ ਐਵਰੀ ਡਿਜ਼ੀਜ਼। ਫੀਵਰ ਹੋਏਗਾ ਤਾਂ ਡਿਜ਼ੀਜ਼ ਕਿਉਰ ਹੋ ਜਾਂਦੀ ਹੈ। ਸਾਡੇ ਕੋਲ ਰੋਜ਼ ਮਰੀਜ਼ ਆਉਂਦੇ ਆ। ਅੱਜ ਹੁਣੇ ਮੇਰੇ ਕੋਲ ਇੱਕ ਬੱਚੀ ਆਈ ਹੈ, ਸਾਡੇ ਕੋਲ ਲੈ ਕੇ ਗਈ ਵੀ ਸੀ, ਅਸੀਂ ਉਹਨੂੰ ਮਨਾ ਕੀਤਾ ਸੀ ਵੀ ਕਦੇ ਬੁਖਾਰ ਹੋਵੇ ਤਾਂ ਕੋਈ ਦਵਾਈ ਨਹੀਂ ਖਾਣੀ। ਉਹ ਕਹਿੰਦੇ ਬੁਖਾਰ ਹੋਇਆ ਇਹਨੂੰ, ਅਸੀਂ ਇਹਨੂੰ ਬਸ ਖਾਣਾ ਬੰਦ ਕਰਤਾ ਅਤੇ ਕਾੜੇ ਕੂੜੇ ਪਿਆਏ, ਅਤੇ ਇਹਨੂੰ ਬੁਖਾਰ ਚੜ੍ਹਿਆ ਜੀ 103 ਡਿਗਰੀ ਬੁਖਾਰ ਚੜ੍ਹਿਆ। 6-7 ਘੰਟੇ ਕਹਿੰਦਾ ਪਸੀਨੋ ਪਸੀਨੀ ਹੈ, ਪਾਣੀ ਬਿਸਤਰਾ ਗਿੱਲਾ ਹੋ ਗਿਆ, ਅਤੇ ਕਹਿੰਦਾ ਬਸ ਉਸ ਤੋਂ ਬਾਅਦ ਠੀਕ ਠਾਕ ਹੈ, ਰਾਜੀ ਹੈ। ਅਸੀਂ ਪੱਟ ਕੇ ਮਰ ਗਏ, ਵੀਡੀਓ ਪਾ ਕੇ, ਮੈਸੇਜ ਪਾ ਕੇ ਵੀ ਬਿਲਕੁਲ ਪੈਰਾਸਟਾਮੋਲ ਨਾ ਖਾਓ। ਪੈਰਾਸਟਾਮੋਲ ਖਾਣ ਦਾ ਮਤਲਬ ਹੈ ਕਿ ਤੁਸੀਂ ਆਪਣੇ ਆਪ ਨੂੰ ਉਲਟਾ ਐਕਸਪੋਜ਼ ਕਰ ਰਹੇ ਹੋ ਕਿ ਪੈਰਾਸਟਾਮੋਲ ਜਿਹੜਾ ਫੀਵਰ ਹੈ ਉਹ ਨੇਚਰ ਦਾ ਗਿਫਟ ਹੈ। ਨੇਚਰ ਦਾ ਗਿਫਟ ਹੈ ਕਿ ਨੇਚਰ ਤੁਹਾਨੂੰ ਫੀਵਰ ਪ੍ਰੋਡਿਊਸ ਕਰ ਰਹੀ ਹੈ ਡਿਜ਼ੀਜ਼ ਨੂੰ ਕੰਟਰੋਲ ਕਰਨ ਵਾਸਤੇ, ਵਾਇਰਸ ਨੂੰ ਕੰਟਰੋਲ ਕਰਨ ਲਈ, ਤਾਂ ਕਿ ਵਾਇਰਸ ਜਿਹੜੀ ਹੈ ਉਸ ਉੱਤੇ ਉਹਦਾ ਗੁੱਡ ਇਫੈਕਟਸ ਆ ਜਾਣ, ਲੇਕਿਨ ਬੈਡ ਇਫੈਕਟਸ ਦੇ ਲੈਵਲ ਤੱਕ ਨਾ ਫੈਲ ਸਕੇ। ਉਹ ਬਾਡੀ ਦੇ ਅੰਦਰ ਆਪਣਾ ਇੱਕ ਮੈਕੈਨਿਜ਼ਮ ਹੈ, ਉਸ ਇਮਿਊਨਿਟੀ ਦਾ ਇੱਕ ਬਹੁਤ ਬੜਾ ਜਿਹੜਾ ਜਿਹਨੂੰ ਕਹਿੰਦੇ ਐਟਮ ਬੰਬ ਜਿਹੜਾ ਫੀਵਰ ਹੈ, ਜਿਹੜੀ ਸਾਡਾ ਇਮਿਊਨ ਸਿਸਟਮ ਹੈ ਉਹਦਾ ਸਭ ਤੋਂ ਵੱਡਾ ਜਿਹੜਾ ਜਿਹਨੂੰ ਕਹਿੰਦੇ ਆ ਸਭ ਤੋਂ ਪਾਵਰਫੁਲ ਟੂਲ ਹੈ, ਉਹ ਫੀਵਰ ਹੈ। ਉਹ ਫੀਵਰ ਦਾ ਮਤਲਬ ਹੈ ਕਿ ਤੁਹਾਡੇ ਬਾਡੀ ਦੇ ਹਰ ਸੈੱਲ ਨੇ ਉਹਦੇ 'ਚ ਪਾਰਟੀਸਪੇਟ ਕਰਨਾ। ਤੁਹਾਡੀ ਬਾਡੀ ਦਾ ਹਰ ਸੈੱਲ ਜਿਹੜਾ ਹੈ ਉਸ ਤੁਹਾਨੂੰ ਬਚਾਉਣ ਲਈ ਯਤਨਸ਼ੀਲ ਹੋ ਰਿਹਾ, ਉਹਦਾ ਮਤਲਬ ਫੀਵਰ ਹੁੰਦਾ। ਫੀਵਰ ਇਹੋ ਜਿਹੀ ਪ੍ਰਕਿਰਿਆ। ਅਤੇ ਫੀਵਰ ਜਿਹੜਾ ਹੁੰਦਾ ਸਿਰਫ ਉਹਨੂੰ ਦੇਖਣਾ ਹੁੰਦਾ ਕਿ ਡੇਂਜਰਸ ਲੈਵਲ ਕ੍ਰੋਸ ਨਾ ਕਰੇ, ਕਿ ਕ੍ਰਿਟੀਕਲ ਲੈਵਲ ਨਾ ਕ੍ਰੋਸ ਕਰੇ, ਜਿੱਥੇ ਕਿ ਹਾਈ ਫੀਵਰ ਕੋਈ ਬ੍ਰੇਨ ਨੂੰ ਥੋੜ੍ਹਾ ਬਹੁਤਾ ਕੋਈ ਨੁਕਸਾਨ ਕਰ ਜੇ। ਇਸ ਗੱਲ ਦੀ ਪੋਸੀਬਿਲਿਟੀ ਹੁੰਦੀ ਹੈ 104-5 ਤੋਂ ਉੱਪਰ। ਬੱਚਿਆਂ 'ਚ ਅਸੀਂ ਕਹਿੰਦੇ ਹਾਂ ਕਿ ਥੋੜ੍ਹਾ ਜਿਹਾ ਲੋ ਰੱਖੋ ਟੈਂਪਰੇਚਰ, ਕਈ ਵਾਰੀ ਬੱਚੇ ਨੂੰ ਫੈਬਰਾਈਲ ਫਿੱਟ ਹੋ ਜਾਂਦਾ। ਚਲੋ ਅਸੀਂ ਕਹਿੰਦੇ ਪੇਰੈਂਟਸ, ਹਾਲਾਂਕਿ ਫੈਬਰਾਈਲ ਫਿੱਟ ਕੋਈ ਡੇਂਜਰਸ ਗੱਲ ਨਹੀਂ ਹੈ। ਫੈਬਰਾਈਲ ਫਿੱਟ ਹੋ ਵੀ ਜਾਵੇ ਤਾਂ ਡਰਨਾ ਨਹੀਂ ਚਾਹੀਦਾ। ਉਹ ਤੋਂ ਫੈਬਰਾਈਲ ਫਿੱਟ ਇਜ਼ ਅ ਵੈਰੀ ਮਾਈਲਡ ਥਿੰਗ, ਹੋ ਕੇ 2 ਮਿੰਟ ਰਹਿ ਕੇ ਠੀਕ ਹੋ ਜਾਂਦਾ। ਤਾਂ ਚਲੋ ਆਪਾਂ ਫਿਰ ਵੀ ਕਹਿ ਲਈ ਵੀ ਪੇਰੈਂਟਸ ਡਰ ਜਾਂਦੇ ਆ ਫੈਬਰਾਈਲ ਫਿੱਟ ਤੋਂ। ਆਪਾਂ ਕਹਿ ਦਿੰਦੇ ਹਾਂ ਕਿ ਬੱਚਿਆਂ ਦੇ ਅੰਦਰ 102 ਤੋਂ ਉੱਪਰ ਅਤੇ ਵੱਡਿਆਂ 'ਚ 104 ਤੋਂ ਉੱਪਰ ਜੇ ਬੁਖਾਰ ਜਾਂਦਾ ਤਾਂ ਉਹਨੂੰ ਫਿਰ ਪਾਣੀ ਦੀ ਪੱਟੀ ਕਰਕੇ
ਮੱਥੇ ਦੇ ਉੱਪਰ ਰੱਖੋ ਇੱਕ ਪੱਟੀ, ਇੱਕ ਪਿੰਨੀਆਂ 'ਤੇ ਰੱਖੋ, 2 3 ਤੇ ਚੌਥੀ ਨੂੰ ਪਾਣੀ ਰਾਹੀਂ ਤਿੰਨਾਂ ਨੂੰ ਬਦਲਦੇ ਰਹੋ, ਤੇ ਮਿੰਟ 5 ਤੋਂ 7 ਲੱਗਦੇ ਆ, ਫੀਵਰ ਜਿਹੜੀ ਡੇਂਜਰਸ ਲੈਵਲ ਤੋਂ ਥੱਲੇ ਆ ਜਾਂਦਾ। ਗੋਲੀ ਦੀ ਕੀ ਪ੍ਰੋਬਲਮ ਹੈ? ਗੋਲੀ ਕੁਲਵੰਤ ਜੀ ਜਿਹੜੀ ਇਹ ਸ਼ੁਰੂ ਹੋਈ ਸੀ ਜਦੋਂ ਮੈਂ MBBS ਕਰਕੇ ਨਿਕਲਿਆ ਸੀ, 325 ਮਿਲੀਗ੍ਰਾਮ ਸੀ ਇਹ, ਜਿਹਨੂੰ ਡੋਲੋ ਕਹਿੰਦੇ ਆ ਇਹ। ਉਦੋਂ ਕਰੋਸਿਨ ਹੁੰਦੀ ਸੀ, ਕਰੋਸਿਨ 325 ਹੁੰਦੀ ਸੀ। ਅਸੀਂ ਜਦੋਂ ਦਿੰਦੇ ਸੀ ਤਾਂ ਕਰੋਸਿਨ 325 ਦਿੰਦੇ ਸੀ। ਅੱਜ 650 ਕਿਉਂ ਹੋ ਗਈ? ਡਬਲ ਹੋ ਗਈ 40 ਸਾਲਾਂ 'ਚ। ਕਿਉਂ? ਕਿਉਂਕਿ ਜਿਹੜੀ ਸਾਡੀ ਬਾਡੀ ਨੂੰ ਮੈਸੇਜ ਜਾਂਦਾ ਵੀ ਇਹ ਖਤਰਨਾਕ ਹੈ, ਇਹਨੂੰ ਲਿਵਰ ਨੂੰ ਨਾਲ ਦੀ ਨਾਲ ਮੈਸੇਜ ਜਾਂਦਾ ਕਿ ਇਹਨੂੰ ਖਤਮ ਕਰੋ, ਡੀਟੌਕਸੀਫਾਈ, ਕਿਡਨੀ ਨੂੰ ਜਾਂਦਾ ਕਿ ਇਹਨੂੰ ਬਾਹਰ ਕੱਢੋ, ਖਤਰਨਾਕ ਹੈ। ਤੇ ਉਹ ਨਾਲ ਦੀ ਨਾਲ ਜਾ ਕੇ 325 ਮਿਲੀਗ੍ਰਾਮ ਤਾਂ ਕੱਢ ਕੇ ਬਾਹਰ ਮਾਰਦੇ ਆ, ਪਹਿਲਾਂ ਜਾਂਦੇ ਸਾਰ ਹੀ। ਹੁਣ ਉਹਨੂੰ ਓਵਰਡੋਜ਼ ਕੀਤਾ ਗਿਆ ਤਾਂ ਕਿ ਲਿਵਰ ਤੇ ਕਿਡਨੀ ਦੀ ਕੈਪੈਸਿਟੀ ਨੂੰ ਐਕਸੀਡ ਕਰ ਦਿਓ, ਤਾਂ ਕਿ ਲਿਵਰ ਤੇ ਕਿਡਨੀ ਕੱਢ ਨਾ ਸਕਣ ਸਾਰੀ, ਜਦ ਤੱਕ ਉਹ ਫੀਵਰ ਡਾਊਨ ਹੋ ਜਾਏ ਜਾਂ ਜੋ ਵੀ ਉਹਦਾ ਅਸਰ ਹੋਣਾ। ਤਾਂ ਉਹਨੂੰ ਓਵਰਡੋਜ਼ ਕੀਤਾ ਗਿਆ, ਜਦੋਂ ਕਿ 325 ਮਿਲੀਗ੍ਰਾਮ ਦੀ ਥੈਰੇਪੇਟਿਕ ਡੋਜ਼ ਸੀਗੀ। ਉਹਨੂੰ ਓਵਰਡੋਜ਼ ਇਸ ਕਰਕੇ ਕੀਤਾ ਗਿਆ ਕਿ ਸਾਡੀ ਬਾਡੀ ਟ੍ਰੈਂਡ ਹੋ ਗਈ ਹੈ ਹੁਣ ਕਿ ਵੀ ਇਹ ਖਤਰਨਾਕ ਦਵਾਈ ਨੂੰ ਅੰਦਰ ਨਹੀਂ ਟਿਕਣ ਦੇਣਾ। ਤਾਂ ਤੁਹਾਡੀ ਜਾਨ ਸਾਰੀ ਉਹ ਵਿਦਨ ਫਿਊ ਮਿੰਟਸ ਹੀ 325 ਕਿੱਲੇ ਅੱਧੀ ਮਾਂ ਕੱਢ ਕੇ ਬਾਹਰ ਮਾਰਦਾ, ਅਤੇ ਬਾਕੀ ਫਿਰ ਬਾਕੀ ਜਿਹੜੀ 325 ਮਿਲੀਗ੍ਰਾਮ ਰਹਿ ਜਾਂਦੀ ਹੈ ਉਹ ਆਪਣਾ ਅੰਦਰ ਅਸਰ ਕਰਦੀ ਹੈ। ਤਾਂ ਇਸ ਕਰਕੇ ਇਹ ਜਿਹੜਾ ਵਰਤਾਰਾ ਹੈ ਫੀਵਰ ਨੂੰ ਦਬਾਉਣ ਵਾਲਾ, ਇਹ ਬਹੁਤ ਹੀ ਗਲਤ ਵਰਤਾਰਾ ਹੈ। ਔਰ ਇਹ ਗੱਲ ਸਿਰਫ ਫੀਵਰ 'ਤੇ ਲਾਗੂ ਨਹੀਂ ਹੁੰਦੀ, ਸਾਡੇ ਸਾਰੇ ਸਿੰਪਟਮ 'ਤੇ ਲਾਗੂ ਹੁੰਦੀ ਹੈ। ਅਸੀਂ ਬਹੁਤ ਜਿਹੜੀ ਕਹਿੰਦੇ ਹਾਂ ਕਿ ਜਿਹੜੀ ਵਿਗਿਆਨਕ ਗੱਲ ਹੈ ਕਿ ਸਿੰਪਟਮ ਜਿਹੜੇ ਨੇ, ਆਲ ਸਿੰਪਟਮਸ ਆਰ ਸਿੰਪਟਮਸ ਆਫ ਬੋਡੀਜ਼ ਡਿਫੈਂਸ ਮੈਕੈਨਿਜ਼ਮ। ਚਾਹੇ ਉਹ ਛਿੱਕਾਂ ਨੇ, ਚਾਹੇ ਉਹ ਖਾਂਸੀ ਹੈ, ਚਾਹੇ ਉਹ ਖਾਰਿਸ਼ ਹੈ, ਚਾਹੇ ਉਹ ਪੇਨ ਹੈ, ਚਾਹੇ ਉਹ ਉਲਟੀ ਹੈ, ਚਾਹੇ ਉਹ ਲੈਟਰਿਨ ਲੱਗ ਜਾਂਦੀਆਂ ਨੇ, ਜੋ ਵੀ ਸਿੰਪਟਮ ਹੈਗੇ ਹੈ ਸਾਰੇ ਦੇ ਸਾਰੇ ਬੋਡੀ ਦਾ ਜਿਹੜਾ ਡਿਫੈਂਸਿਵ ਮੈਕੈਨਿਜ਼ਮ ਹੈ ਉਹਦੇ ਐਕਸ਼ਨ ਦੇ ਸਿੰਪਟਮ ਨੇ ਉਹ, ਕਿ ਬਾਡੀ ਤੁਹਾਨੂੰ ਬਚਾਉਣ ਦੀ, ਬਾਡੀ ਤੁਹਾਨੂੰ ਰਾਜੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਤੇ ਤੁਸੀਂ ਉਹ ਜੋ ਦਬਾ ਦਿੰਦੇ ਅਸੀਂ ਬਿਨਾਂ ਮਤਲਬ ਦੇ, ਹੁਣ ਦਬਾਉਣਾ ਕਿਸੇ ਹੱਦ ਤੱਕ ਜਾਇਜ਼ ਹੋ ਸਕਦਾ ਜੇ ਉਹ ਇੱਕ ਲਿਮਟ ਐਕਸੀਡ ਕਰ ਰਿਹਾ, ਜਿੱਥੇ ਕੋਈ ਡੇਂਜਰਸ ਲਿਮਟ ਹੈ। ਲੇਕਿਨ ਸਾਡਾ ਤਾਂ ਇੱਕ ਜਨਰਲ ਪ੍ਰਿੰਸੀਪਲ ਬਣ ਗਿਆ ਕਿ ਮਾੜਾ ਜਿਹਾ 99 ਬੁਖਾਰ ਹੋਇਆ ਨਹੀਂ, ਦੇ ਪੈਰਾਸਟਾਮੋਲ, ਡਾਕਟਰ ਖੁਦ ਦੇਈ ਜਾਂਦੇ ਆ, ਕਿਆ ਕਰ ਸਕਦੇ ਹੋ ਅਸੀਂ। ਤਾਂ ਉਹ ਜਿਹੜਾ ਕਿਤੇ ਨਾ ਕਿਤੇ ਅਨਸਾਇੰਟੀਫਿਕ ਢੰਗ ਹੈ ਸਿੰਪਟਮ ਸਪਰੈਸ਼ਨ। ਔਰ ਸਿੰਪਟਮ ਸਪਰੈਸ਼ਨ ਕੁਲਵੰਤ ਜੀ ਸਿਰਫ ਇੱਕੋ ਹੀ ਸਿਸਟਮ ਕਰਦਾ, ਐਲੋਪੈਥਿਕ ਸਿਸਟਮ। ਜਿੰਨੇ ਸਾਡੇ ਬਾਕੀ ਸਿਸਟਮ ਨੇ ਕੋਈ ਸਿੰਪਟਮ ਸਪਰੈਸ਼ਨ ਨਹੀਂ ਕਰਦਾ, ਨਾ ਹੋਮਿਓਪੈਥੀ ਕਰੇ, ਨਾ ਆਯੁਰਵੇਦ ਕਰੇ, ਨਾ ਨੈਚੁਰੋਪੈਥੀ ਕਰੇ, ਕੋਈ ਹੋਰ ਸਿਸਟਮ ਨਹੀਂ ਕਰਦਾ। ਸਿਰਫ ਇੱਕੋ ਤੇ ਇੱਕੋ ਐਲੋਪੈਥਿਕ ਸਿਸਟਮ ਹੈ ਜਿਹੜਾ ਸਿੰਪਟਮ ਸਪਰੈਸ਼ਨ ਕਰਦਾ। ਔਰ ਸਿੰਪਟਮ ਸਪਰੈਸ਼ਨ ਇਜ਼ ਰੋਂਗ। ਸਿੰਪਟਮ ਸਪਰੈਸ਼ਨ ਨਹੀਂ ਕਰਨਾ ਚਾਹੀਦਾ। ਸਿੰਪਟਮ ਸਪਰੈਸ਼ਨ ਕਰਨ ਦਾ ਮਤਲਬ ਹੈ ਕਿ ਤੁਸੀਂ ਆਪਣੇ ਡਿਫੈਂਸ ਸਿਸਟਮ ਨੂੰ ਅਪੰਗ ਕਰ ਰਹੇ ਹੋ, ਆਪਣੇ ਡਿਫੈਂਸ ਸਿਸਟਮ ਨੂੰ ਡਿਸਆਰਮ ਕਰ ਰਹੇ ਹੋ, ਤੁਸੀਂ ਆਪਣੇ ਡਿਫੈਂਸ ਸਿਸਟਮ ਨੂੰ ਪੰਗੂ ਬਣਾ ਰਹੇ ਹੋ। ਇਸ ਕਰਕੇ ਸਿੰਪਟਮ ਸਪਰੈਸ਼ਨ ਨਹੀਂ ਕਰਨਾ ਚਾਹੀਦਾ। ਲੈਟ ਦਾ ਸਿੰਪਟਮਸ ਫੰਕਸ਼ਨ ਪ੍ਰੋਪਰਲੀ। ਔਰ ਸਾਡੀ ਇਹੋ ਜਿਹੀ ਸਾਇੰਸ ਹੈ ਕਿ ਅਸੀਂ ਛਿੱਕ ਮਾਰਨ ਨੂੰ ਵੀ ਕ੍ਰਾਈਮ ਕਰਾਤਾ। ਪਿਛਲੇ 2 ਸਾਲ ਛਿੱਕ ਮਾਰਨਾ ਕ੍ਰਾਈਮ ਹੋ ਗਿਆ। ਲੋਕ ਛਿੱਕ ਮਾਰਨ ਤੋਂ ਡਰਦੇ ਸੀਗੇ ਵੀ ਜੇ ਛਿੱਕ ਮਾਰਤੀ ਕਿਤੇ ਤਾਂ ਨਾਲ ਵਾਲਾ ਬੈਠਾ ਬੰਦਾ ਕਹੂਗਾ ਵੀ ਇਹਨੂੰ ਕਰੋਨਾ ਹੋਇਆ ਵਾ। ਅੱਛਾ, before we move forward, I would like to give a disclaimer here that this program is not meant for medical advice. This is only for knowledge. ਅੱਗੇ ਵਧਣ ਤੋਂ ਪਹਿਲਾਂ ਇੱਕ ਡਿਸਕਲੇਮਰ ਦੇ ਦਈਏ ਕਿ ਇਹ ਪ੍ਰੋਗਰਾਮ ਮੈਡੀਕਲ ਐਡਵਾਈਸ ਲਈ ਨਹੀਂ ਹੈ। ਇਹ ਪ੍ਰੋਗਰਾਮ ਸਿਰਫ ਤੇ ਸਿਰਫ ਜਾਣਕਾਰੀ ਲਈ ਹੈ, ਅਤੇ ਜੇ ਜਾਣਕਾਰੀ ਹਾਸਲ ਕਰਕੇ ਤੁਹਾਨੂੰ ਲਾਭ ਮਿਲਦਾ ਤਾਂ ਫਿਰ ਸਾਡੇ ਇਸ ਪ੍ਰੋਗਰਾਮ ਦੀ ਕਾਮਯਾਬੀ ਮੰਨੀ ਜਾਏਗੀ। ਡਾਕਟਰ ਸਾਹਿਬ, ਮੈਨੂੰ ਇਹ ਲੱਗਦਾ ਕਿ ਇਹ ਖਬਰ ਨੂੰ ਆਪਾਂ ਨੂੰ ਪਬਲਿਕ ਨੂੰ ਥੋੜ੍ਹਾ ਜਿਹਾ ਪੜ੍ਹ ਕੇ ਦੱਸ ਦੇਣਾ ਚਾਹੀਦਾ ਤਾਂ ਕਿ ਇਹ ਜਿਹੜੀ ਚੀਜ਼ ਹੈ ਉਹਨਾਂ ਨੂੰ ਸਮਝ ਆ ਜਾਏ ਵੀ ਕਹਾਣੀ ਕੀ ਸੀਗੀ। मैं ਤਾਂ हिंदी ਦੇ ਵਿੱਚ एज इट इज़ पढ़ के सुनाऊंगा। सुप्रीम कोर्ट ने गुरुवार को केंद्र से दवा कंपनी से जुड़ी एक जनहित याचिका पर जवाब मांगा है। कोर्ट ने जनहित याचिका पर 10 दिनों के भीतर अपना जवाब दाखिल करने को कहा है। दाखिल याचिका में कहा गया है कि दवा कंपनियां डॉक्टरों को उनकी दवाओं की सलाह देने के लिए कई तरह के उपहार ऑफर करती हैं। ऐसे में उन मुफ्त उपहारों के लिए दवा कंपनियों को उत्तरदायी बनाया जाए। याचिका में कोर्ट से इस संबंध में निर्देश देने की मांग की गई है। जस्टिस DY चंद्रचूड़ और जस्टिस AS बोपन्ना की पीठ ने बताया कि डोलो 650 मिलीग्राम टैबलेट के निर्माताओं ने मरीजों को अपनी बुखार रोधी दवा निर्धारित करने के लिए मुफ्त उपहारों में ही 1000 करोड़ का निवेश किया।
फेडरेशन ऑफ मेडिकल एंड सेल्स रिप्रेजेंटेटिव एसोसिएशन ऑफ इंडिया की ओर से पेश वरिष्ठ अधिवक्ता संजय पारिक ने कहा कि सेंट्रल बोर्ड फॉर डायरेक्टर टैक्सेस ने डोलो 650 टैबलेट के निर्माताओं पर टैबलेट की सलाह करने के लिए डॉक्टरों को 1000 करोड़ रुपए के मुफ्त उपहार वितरित करने का आरोप लगाया है। न्यायमूर्ति DY चंद्रचूड़ ने टिप्पणी की है कि यह एक गंभीर मुद्दा है। उन्हें भी कोविड के दौरान इसी टैबलेट की सलाह दी गई थी। उन्होंने कहा कि यह सुनने में ठीक नहीं लगता, मुझे भी ऐसा ही करने के लिए कहा गया था जब मुझे कोविड था। यह एक गंभीर मुद्दा है। केंद्र की ओर से पेश अतिरिक्त सॉलिसिटर जनरल KM नटराज ने कहा कि हल्फनामा लगभग तैयार है और इसे जल्द ही दाखिल किया जाएगा। दरअसल सुप्रीम कोर्ट ने तब केंद्र सरकार से उस याचिका पर 10 दिनों के भीतर जवाब दाखिल करने को कहा जिसे फार्मास्यूटिकल कंपनियों पर अनैतिक मार्केटिंग प्रणाली अपनाने का आरोप लगाया गया था। सो ये बड़ा एक गंभीर मुद्दा हैगा। पूरी डिटेल ਆਪਾਂ ਨੇ ਦਰਸ਼ਕਾਂ ਦੇ ਸਾਹਮਣੇ ਰੱਖੀ ਹੈ। ਤੁਸੀਂ ਵੀ ਸਰਕਾਰੀ ਨੌਕਰੀ ਦੇ ਵਿੱਚ ਰਹੇ ਹੋ। ਮੈਂ ਬੜਾ ਪਰਸਨਲ ਜਿਹਾ ਸਵਾਲ ਪੁੱਛਾਂਗਾ ਕਿ ਤੁਹਾਨੂੰ ਵੀ ਇਦਾਂ ਦੀ ਆਫਰ ਆਉਂਦੀ ਰਹੀ ਹੈ ਕਿ ਤੁਸੀਂ ਵੀ ਇਸ ਤਰ੍ਹਾਂ ਕੁਝ ਦਵਾਈਆਂ ਨੂੰ ਪ੍ਰਮੋਟ ਕਰੋ ਤੇ ਤੁਹਾਨੂੰ ਗਿਫਟ ਜਾਂ ਤੁਹਾਨੂੰ ਪੈਸਾ ਜਾਂ ਤੁਹਾਨੂੰ ਬਾਹਰ ਵਿਦੇਸ਼ ਯਾਤਰਾ ਦੇ ਲਈ ਤੁਹਾਨੂੰ ਕੁਝ ਦਿੱਤਾ ਜਾਏਗਾ? ਲੋਕ ਕਿਧਰੋਂ ਕਰਦੇ ਨੇ? ਬਿਲਕੁਲ ਲੋਕ ਨਹੀਂ ਕਰਦੇ। ਹਾਂਜੀ ਹਾਂਜੀ, ਉਹਨਾਂ ਦਾ ਨਾਰਮ ਹੈ। ਕਾਨਫਰੰਸਿਸ ਨੂੰ ਉਹ ਕਰਦੇ ਆ, ਸਪਾਂਸਰ ਕਰਦੇ ਆ। ਜਿਹੜੇ ਡਾਕਟਰਾਂ ਦੀਆਂ ਕਾਨਫਰੰਸਿਸ ਹੁੰਦੀਆਂ ਨੇ ਉਹ ਕੰਪਨੀਆਂ ਦੇ ਸਪਾਂਸਰਡ ਕਾਨਫਰੰਸਿਸ ਹੁੰਦੀਆਂ ਨੇ ਜਿਹਦੇ 'ਚ ਸਾਰਾ ਕੁਝ ਲਗਜ਼ੂਰੀਅਸ ਢੰਗ ਨਾਲ ਕੀਤਾ ਜਾਂਦਾ। ਉਸ ਤੋਂ ਬਾਅਦ ਡਾਕਟਰਸ ਨੂੰ ਟੂਰਸ ਆਫਰ ਕੀਤੇ ਜਾਂਦੇ ਆ। ਡਾਕਟਰਸ ਨੂੰ ਇਕੱਲੇ ਟੂਰ ਨਹੀਂ ਆਫਰ ਕੀਤੇ ਜਾਂਦੇ, ਹੋਲਸੇਲਰਾਂ ਨੂੰ ਕੀਤੇ ਜਾਂਦੇ ਆ। ਜਿਹੜੇ ਵੱਡੇ ਹੋਲਸੇਲਰ ਨੇ, ਵੱਡੇ ਰਿਟੇਲਰ ਨੇ, ਜਿਹੜੇ ਕੋਈ ਇਹਨਾਂ ਦੇ ਰਿਪਰੈਜ਼ੈਂਟੇਟਿਵ ਨੇ, ਜਿਹੜੇ ਜ਼ਿਆਦਾ ਸੇਲ ਦਿੰਦੇ ਆ, ਡਾਕਟਰ ਨੇ, ਸਾਰਿਆਂ ਨੂੰ ਓਪਨਲੀ ਕਰਦੇ ਆ ਔਰ 1000 ਕਰੋੜ ਦੇ ਜਿਹੜੇ ਫਿਗਰ ਨਿਕਲੀ ਉਹਦੇ ਆਪਣੇ ਕੰਪਨੀ ਦੇ ਅਕਾਊਂਟ 'ਚੋਂ ਨਿਕਲੀ ਆ। ਉਹਨਾਂ ਦੇ ਕੰਪਨੀ ਦੇ ਅਕਾਊਂਟ ਨੇ ਸ਼ੋਅ ਕੀਤਾ ਹੋਣਾ ਨਾ ਕਿ ਅਸੀਂ 1000 ਰੁਪਏ ਦੇ ਗਿਫਟ ਵੰਡੇ ਆ, 1000 ਕਰੋੜ ਰੁਪਏ ਦੇ ਗਿਫਟ ਵੰਡੇ ਆ। ਤਾਂ ਉਹ ਉੱਥੋਂ ਚੱਕਿਆ ਹੋਣਾ ਉਹਨਾਂ ਨੇ। ਉਹ ਕੋਈ ਸੀਕਰਟ ਥੋੜ੍ਹਾ ਹੈ, ਕੁਝ ਵੀ ਸੀਕਰਟ ਨਹੀਂ ਹੈ। ਇੱਥੇ ਤਾਂ ਸਾਡੇ ਫਿਰ ਵੀ ਮਾੜਾ ਮੋਟਾ ਸ਼ਰਮ ਕਰਦੇ ਆ। ਅਮਰੀਕਾ ਦੇ ਅੰਦਰ ਤਾਂ ਇਹ ਵੀ ਇੰਨੀ ਸ਼ਰਮ ਵੀ ਨਹੀਂ ਕਰਦੇ। ਤਾਂ ਓਪਨਲੀ ਕਹਿੰਦੇ ਅਸੀਂ ਕੰਪਨੀਆਂ ਦੇ ਉਹ ਬਿਹਾਫ 'ਤੇ ਕਰ ਰਹੇ ਹਾਂ ਕੰਮ, ਕੰਪਨੀਆਂ ਦੇ। ਤਾਂ ਇਸ ਕਰਕੇ ਇਹ ਕੋਈ ਸੀਕਰਟ ਨਹੀਂ ਹੈ ਇਹਦੇ 'ਚ, ਕੋਈ ਚੋਰੀ ਨਹੀਂ। ਤੁਹਾਡਾ ਕੋਈ ਇਦਾਂ ਦਾ ਤਜਰਬਾ ਰਿਹਾ ਹੋਵੇ? ਬਿਲਕੁਲ ਸਾਹਿਬ, ਮੈਂ ਤਾਂ ਪਾਰਟੀ ਸੀਗਾ ਸਾਰੇ ਸਿਸਟਮ ਦਾ। ਮੈਂ ਵੀ ਉਸ ਸਿਸਟਮ ਦਾ ਪਾਰਟ ਰਿਹਾ। ਮੈਂ ਵੀ ਉਹੋ ਜਿਹੇ ਕਾਨਫਰੰਸਿਸ ਜਾਂਦਾ ਰਿਹਾ ਜਿੱਥੇ ਜਿਹੜੀਆਂ ਸਪਾਂਸਰਡ ਹੁੰਦੀਆਂ ਸੀਗੀਆਂ। ਠੀਕ ਹੈ ਨਾ। ਤੇ ਤੁਸੀਂ ਕੋਈ ਅਜਿਹਾ ਸਮਾਂ ਵੀ ਆਇਆ ਵੀ ਜਦੋਂ ਤੁਸੀਂ ਮਨਾ ਕੀਤਾ ਹੋਵੇ ਤੇ ਤੁਹਾਨੂੰ ਕੁਝ ਦਿੱਕਤ ਦਾ ਸਾਹਮਣਾ ਕਰਨਾ ਪਵੇ? ਨਹੀਂ ਇੱਦਾਂ ਕੁਝ ਨਹੀਂ ਹੁੰਦਾ। ਉਹ ਸਭ ਸਮਝਦੇ ਹੁੰਦੇ ਆ, ਉਹ ਜਾਂਦੇ, ਉਹ ਸਭ ਨਾਲ ਜਾਂਦੇ ਆ। ਜਿਹੋ ਜਿਹਾ ਬੰਦਾ ਦੇਖ ਲੈਂਦੇ ਉਦੋਂ ਇੱਦਾਂ ਦਾ ਕੁਝ ਕੰਪਲਸ਼ਨ ਨਹੀਂ ਹੁੰਦੀ। ਇੱਦਾਂ ਤੁਹਾਨੂੰ ਮਜਬੂਰ ਨਹੀਂ ਕਰਦਾ, ਤੁਹਾਨੂੰ ਮਜਬੂਰ ਨਹੀਂ ਇੱਦਾਂ ਕਰਦੇ। ਉਹਦਾ ਪਲਾਇਬਿਲਿਟੀ ਮੋਸਟਲੀ ਪਲਾਇਬਿਲਿਟੀ ਹੁੰਦੀ ਹੈ, ਇੱਕ ਅਸੈਪਟੈਂਸ ਹੁੰਦੀ ਹੈ ਔਰ ਉਹਨੂੰ ਨਾਰਮਲ ਮੰਨਿਆ ਜਾਂਦਾ। ਗਿਫਟ ਦੇਣੇ, ਹੋਰ ਕਰਨੇ, ਸਾਰਾ ਉਹਨੂੰ ਨਾਰਮਲ ਮੰਨਿਆ ਜਾਂਦਾ। ਉਹ ਨਾਰਮਲ ਪਾਰਟ ਮੰਨਿਆ ਜਾਂਦਾ, ਰਾਈਟ ਮੰਨਿਆ ਜਾਂਦਾ। ਡਾਕਟਰਾਂ ਵੱਲੋਂ ਵੀ ਇੱਕ ਮੰਨਿਆ ਜਾਂਦਾ ਕਿ ਸਾਡਾ ਰਾਈਟ ਹੈ, ਸਾਡਾ ਰਾਈਟ ਹੈ। ਜੇ ਅਸੀਂ ਕੰਮ ਕਰ ਰਹੇ ਹਾਂ ਕਿਸੇ ਕੰਪਨੀ ਦਾ ਦੇ ਨੂੰ ਕੋਈ ਫਾਇਦਾ ਦੇ ਰਿਹਾ ਤਾਂ ਉਹ ਸਾਨੂੰ ਉਹਦੇ 'ਚੋਂ ਫਾਇਦਾ ਇੱਥੇ ਹਿੱਸਾ ਦੇ ਰਿਹਾ ਤਾਂ ਉਹ ਸਾਡਾ ਰਾਈਟ ਹੈ। ਸੋ ਇਸ ਕਰਕੇ ਕੋਈ ਸੀਕਰਟ ਗੱਲ ਨਹੀਂ ਹੈ। ਬਾਹਰਲੇ ਬੰਦਿਆਂ ਵਾਸਤੇ ਇਹ ਅਜੀਬ ਗੱਲ ਹੈ। ਪ੍ਰੋਫੈਸ਼ਨ ਦੇ ਬੰਦੇ ਨੂੰ ਕੋਈ ਇੱਕ ਖਾਸ ਗੱਲ ਨਹੀਂ। ਪ੍ਰੋਫੈਸ਼ਨ ਦੇ ਬੰਦੇ ਨੂੰ ਪਤਾ ਸਭ ਨੂੰ ਕਿ ਇਹ ਕੁਛ ਹੁੰਦਾ। ਪਰ ਡਾਕਟਰ ਸਾਹਿਬ ਇੱਕ ਚੀਜ਼ ਹੋਰ ਹੈ, ਅਗਰ ਆਪਾਂ NPA ਨਾਨ ਪ੍ਰੈਕਟਿਸਿੰਗ ਅਲਾਊਂਸ ਜਿਹੜਾ ਡਾਕਟਰਾਂ ਨੂੰ ਦਿੱਤਾ ਜਾਂਦਾ ਬਕਾਇਦਾ ਤੌਰ 'ਤੇ ਵੀ ਤੁਸੀਂ ਪ੍ਰੈਕਟਿਸ ਨਹੀਂ ਕਰੋਗੇ ਕਿਉਂਕਿ ਤੁਸੀਂ ਸਰਕਾਰੀ ਨੌਕਰੀ ਦੇ ਵਿੱਚੋਂ ਤੇ ਸਰਕਾਰੀ ਨੌਕਰੀ ਦੇ ਦੌਰਾਨ ਤੁਹਾਨੂੰ ਤਨਖਾਹ ਮਿਲਦੀ ਹੈ। ਉਹਦੇ ਬਾਵਜੂਦ ਵੀ ਜੇਕਰ ਕਮਿਸ਼ਨ ਵਾਲਾ ਇੱਕ ਧੰਦਾ ਹੋਵੇਗਾ ਤਾਂ ਉਹ ਜਿਹੜੇ ਡਾਕਟਰ ਕੰਮ ਕਰ ਰਹੇ ਨੇ ਉਹ ਤਾਂ ਫਿਰ ਗਲਤ ਹੋ ਗਿਆ। ਨਹੀਂ ਉਹ ਇਸ ਦੀ ਟੈਕਨੀਕਲਿਟੀ 'ਚ ਆਪਾਂ ਨਾਵਲ ਜੀ ਹੈ ਆਲ ਟੂ ਡਿਫਰੈਂਟ ਵਿਸ਼ਾ ਕਿ NPA ਦਾ ਮਤਲਬ ਕੀ ਹੈ, ਨਾਨ ਪ੍ਰੈਕਟਿਸਿੰਗ ਅਲਾਊਂਸ ਦਾ ਮਤਲਬ ਇਹ ਹੁੰਦਾ ਕਿ ਤੁਹਾਨੂੰ ਜਿਹੜਾ ਅਲਾਊਂਸ ਦਿੱਤਾ ਜਾ ਰਿਹਾ ਤੁਹਾਨੂੰ ਐਕਸਟਰਾ ਆਵਰ ਡਿਊਟੀ ਕਰਨ ਦਾ ਦਿੱਤਾ ਜਾ ਰਿਹਾ। ਇਟਸ ਨਾਟ ਨੋ ਦਾ ਮਿਸਨੋਮਰ ਹੈ। ਨਾਨ ਪ੍ਰੈਕਟਿਸਿੰਗ ਅਲਾਊਂਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਘਰ ਬੈਠੇ ਉੱਥੇ ਮਰੀਜ਼ ਨਹੀਂ ਦੇਖ ਸਕਦੇ। ਨਾਨ ਪ੍ਰੈਕਟਿਸਿੰਗ ਅਲਾਊਂਸ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਨੂੰ ਉਹ ਅਲਾਊਂਸ ਇਸ ਕਰਕੇ ਦਿੱਤਾ ਜਾ ਰਿਹਾ ਕਿ ਤੁਹਾਨੂੰ ਆਫ ਡਿਊਟੀ ਆਵਰਸ ਕੰਮ ਕਰਨਾ ਪੈਂਦਾ। ਤੁਹਾਡੇ ਫਿਕਸਡ ਆਵਰਸ ਨਹੀਂ ਹੈ। ਫੋਰ ਸਪੋਜ਼ 8 ਘੰਟੇ ਮੈਂ ਆਪਣੇ ਹਸਪੀਟਲ ਕੰਮ ਕਰ ਰਿਹਾ, ਮੁੜ ਕੇ ਮੈਂ ਆਪਣੇ ਰੈਜ਼ੀਡੈਂਸ 'ਤੇ ਆਈ ਕੈਨ ਬੀ ਕਾਲਡ ਐਨੀ ਟਾਈਮ। ਮੈਨੂੰ ਰਾਤ ਨੂੰ ਜਿਹੜੀਆਂ ਕਾਲਾਂ ਜਾਂਦੀਆਂ ਤੁਹਾਨੂੰ ਉਹ ਵੀ ਅਟੈਂਡ ਕਰਨੀਆਂ ਹੁੰਦੀਆਂ, ਉਹਦੇ ਵਾਸਤੇ ਮਿਲਦਾ ਨਾਨ ਪ੍ਰੈਕਟਿਸਿੰਗ ਅਲਾਊਂਸ। ਅੱਛਾ ਚਲੋ ਹੁਣ ਆਈਏ ਆਪਾਂ ਕਿ ਕੁਝ ਕੰਪਨੀਆਂ ਦੀਆਂ ਦਵਾਈਆਂ ਅਜਿਹੀਆਂ ਵੀ ਹੋਣੀਆਂ ਜਿਹੜੀਆਂ ਕਿ ਨੋਰਮਸ ਦੇ ਉੱਤੇ ਖਰੀਆਂ ਨਹੀਂ ਉਤਰਦੀਆਂ ਹੋਣੀਆਂ, ਮਰੀਜ਼ਾਂ ਨੂੰ ਉਹਦਾ ਫਾਇਦਾ ਨਹੀਂ ਹੁੰਦਾ ਹੋਣਾ, ਪਰ ਇਹਦੇ ਬਾਵਜੂਦ ਵੀ ਲਾਲਚ ਵਰਸ ਜਿਹੜੀ ਹੈ ਉਹ ਜਿਹੜੇ ਡਾਕਟਰ ਵੇਚੀ ਜਾਂਦੇ ਨੇ। ਕੁਝ ਅਜਿਹੇ ਮਾਮਲੇ ਵੀ ਤੁਹਾਡੇ ਧਿਆਨ 'ਚ ਆਏ ਨੇ ਜਿਹੜਾ ਤੁਹਾਨੂੰ ਦੁੱਖ ਲੱਗਾ ਹੋਵੇ? ਚਲੋ ਉਹ ਡਾਕਟਰ ਜਿਹੜੇ ਨੇ, ਡਾਕਟਰਾਂ ਨੂੰ ਤਾਂ ਜਿਹੜੀ ਇਹ ਪ੍ਰੋਬਲਮ ਇਹ ਹੈ ਵੀ ਜੋ ਉਹਨਾਂ ਨੂੰ ਪੜ੍ਹਾਇਆ ਜਾਂਦਾ ਨਾ, ਡਾਕਟਰਾਂ ਦਾ ਜਿਹੜੇ ਮੈਜੋਰਟੀ ਡਾਕਟਰ ਨੇ
ਵਿਰਲਾ ਕੋਈ ਹੁੰਦਾ ਜਿਹੜਾ ਉਹਨੂੰ ਕੁਐਸਚਨ ਕਰਦਾ। ਮੈਜੋਰਟੀ ਡਾਕਟਰ ਉਹ ਹੁੰਦੇ ਆ ਜਿਨ੍ਹਾਂ ਨੂੰ ਆਪਣਾ ਰੂਟੀਨ 'ਚੋਂ ਪ੍ਰੈਕਟਿਸ ਕਰਦੇ ਆ ਅਤੇ ਉਹਨਾਂ ਨੇ ਆਪਣਾ ਕੈਰੀਅਰ ਹੁੰਦਾ ਉਹਨਾਂ ਦੀ ਆਪਣੀ ਇਨਕਮ ਦੀਆਂ ਸੋਰਸਿਸ ਹੁੰਦੀਆਂ ਨੇ, ਉਹ ਜੋ ਉਹਨਾਂ ਨੂੰ ਪੜ੍ਹਾਇਆ ਜਾਂਦਾ ਉੱਦਾਂ ਹੀ ਲਾਗੂ ਕਰੀ ਜਾਂਦੇ, ਉਹ ਕੁਐਸਚਨ ਨਹੀਂ ਕਰਦੇ। ਇਹ ਇੱਕ ਬੜੀ ਅਨਫੋਰਚੂਨੇਟ ਗੱਲ ਹੈ, ਕਿਉਂਕਿ ਅਸੀਂ ਬੇਸਿਕਲੀ ਇੰਟੈਲੈਕਚੁਅਲ ਹਾਂ, ਸਾਨੂੰ ਕੁਐਸਚਨ ਕਰਨਾ ਚਾਹੀਦਾ। ਹੁਣ ਜਿਹਨੇ ਕੇਸ ਕੀਤਾ ਹੈ ਉਹ ਡਰੱਗ ਰਿਪਰੈਜ਼ੈਂਟੇਟਿਵ ਦੀ ਐਸੋਸੀਏਸ਼ਨ ਦਾ ਹੀ ਬੰਦਾ ਹੈ। ਇਹਦਾ ਮਤਲਬ ਉਹ ਐਥੀਕਲ ਹੈ ਨਾ, ਉਹ ਬੰਦਾ ਉਸੇ ਐਸੋਸੀਏਸ਼ਨ ਦਾ, ਜਿਹੜੇ ਐਸੋਸੀਏਸ਼ਨ ਦੇ ਰਾਹੀਂ ਉਹ ਕਰਦੇ ਆ, ਉਹੀ ਡਰੱਗ ਰਿਪਰੈਜ਼ੈਂਟੇਟਿਵ ਜਾ ਕੇ ਕਰਦੇ ਆ ਸਾਰਾ ਕੰਮ, ਉਹਨਾਂ ਦੇ ਬਣ ਕੇ ਮੀਡੀਏਟਰਸ। ਉਹਨਾਂ ਦੀ ਐਸੋਸੀਏਸ਼ਨ ਨੇ ਐਜ਼ ਏ ਐਸੋਸੀਏਸ਼ਨ ਇਸ ਗੱਲ ਨੂੰ ਲਿੱਤਾ ਕਿ ਵੀ ਅਨਐਥੀਕਲ ਹੈ, ਤੁਸੀਂ ਇੱਕ ਸਤੋਂ ਅਨਐਥੀਕਲ ਕੰਮ ਕਿਉਂ ਕਰਾਉਂਦੇ ਹੋ। ਕਰਦੇ ਵੀ ਹੈ, ਉਹਨਾਂ ਦੇ ਮੈਜੋਰਟੀ ਮੈਂਬਰ ਤਾਂ ਕਰਦੇ ਨੇ ਨਾ, ਲੇਕਿਨ ਫਿਰ ਵੀ ਉਹਨਾਂ ਨੇ ਸਟੈਂਡ ਲਿੱਤਾ। ਇੱਦਾਂ ਦੇ ਸਟੈਂਡਸ ਸਾਡੀਆਂ ਅਨਫੋਰਚੂਨੇਟਲੀ ਡਾਕਟਰਾਂ ਦੀ ਐਸੋਸੀਏਸ਼ਨਾਂ ਨਹੀਂ ਲੈਂਦੀਆਂ। ਸਾਡੀ ਡਾਕਟਰਾਂ ਦੀ ਐਸੋਸੀਏਸ਼ਨ ਜਿਹੜੀਆਂ ਨੇ ਬਹੁਤ ਹੀ ਗਲਤ ਸਟੈਂਡ ਲਿਆ ਇਹਨਾਂ ਨੇ। ਇਹਨਾਂ ਦਾ ਰਿਕਾਰਡ ਹੈ, ਚਾਹੇ ਉਹ IMA ਹੋਵੇ ਅਤੇ ਚਾਹੇ ਹੋਰ ਪ੍ਰੋਫੈਸ਼ਨਲ ਬਾਡੀਜ਼ ਹੋਣ, ਉਹਨਾਂ ਦਾ ਇੱਕ ਰਿਕਾਰਡ ਹੈ ਕਿ ਉਹ ਕਦੀ ਐਥਿਕਸ ਵਾਸਤੇ ਨਹੀਂ ਸਟੈਂਡ ਕਰਦੇ, ਕਿਉਂਕਿ ਉਹਦੀ ਜਿਹਨੂੰ ਕਹਿੰਦੇ ਸੌਫਟ ਨੇ, ਇਸ ਮਾਮਲੇ ਸੌਫਟ ਨੇ ਉਹ। ਤਾਂ ਇਸ ਕਰਕੇ ਔਰ ਦਵਾਈਆਂ ਦਾ ਕੋਈ ਅੰਤ ਨਹੀਂ ਹੈ। ਜਿਹੜੀਆਂ ਅਨਐਥੀਕਲ ਦਵਾਈਆਂ ਨੇ, ਅਨਐਥੀਕਲ ਦਵਾਈਆਂ ਦੀ ਕਿੰਨੀਆਂ ਐਗਜ਼ਾਮਪਲਸ ਨੇ। ਹੁਣ ਫਾਰ ਐਗਜ਼ਾਮਪਲ ਡਿਕਲੋਫੈਨਿਕ ਹੈ। ਹੁਣ ਡਿਕਲੋਫੈਨਿਕ ਜਿਹੜੀ ਹੈ ਉਹ ਡੰਗਰਾਂ 'ਚ ਤਾਂ ਬੈਂਡ ਹੈ, ਬੰਦਿਆਂ 'ਚ ਦਿੱਤੀ ਜਾ ਰਹੀ ਹੈ। ਸੱਚ ਏ ਫਨੀ ਥਿੰਗ, ਮੱਝ ਨੂੰ ਤੁਸੀਂ ਡਿਕਲੋਫੈਨਿਕ ਨਹੀਂ ਦੇ ਸਕਦੇ, ਬੰਦੇ ਨੂੰ ਦੇ ਸਕਦੇ ਹੋ। ਕਿਉਂਕਿ ਮੱਝ ਧੱਕੇ ਨਾਲ ਉਹਨਾਂ ਨੇ ਬੈਨ ਕਰਾਤੀ, ਕਿਉਂਕਿ ਮੱਝ ਨਾਲ ਗਿੱਧਾਂ ਜੁੜ ਗਈਆਂ ਅਤੇ ਮੱਝ ਨੂੰ ਗਿੱਧ ਖਾਂਦੀ ਹੈ ਅਤੇ ਫਿਰ ਉਹ ਗਿੱਧ ਜਿਹੜੀ ਹੈ ਉਹਦਾ ਅੰਡਾ ਨਹੀਂ ਬਣਦਾ ਅਤੇ ਉਹਦਾ ਰਿਪਰੋਡਕਟਿਵ ਸਿਸਟਮ ਫੇਲ ਹੋ ਜਾਂਦਾ ਅਤੇ ਉਹ ਫਿਰ ਅੱਗੇ ਗਿੱਧਾਂ ਖਤਮ ਹੋ ਗਈਆਂ ਅਤੇ ਇਸ ਕਰਕੇ ਡੰਗਰਾਂ 'ਚ ਨਾ ਕਰੋ। ਲੇਕਿਨ ਉਹਨੂੰ ਕਿਸੇ ਨੇ ਇਸ ਗੱਲ 'ਤੇ ਕੁਐਸਚਨ ਨਹੀਂ ਕੀਤਾ ਕਿ ਜਿਹੜੀ ਚੀਜ਼ ਮੱਝ ਨੂੰ ਖਰਾਬ ਕਰ ਰਹੀ ਹੈ ਉਹ ਬੰਦੇ ਨੂੰ ਨਹੀਂ ਖਰਾਬ ਕਰੇਗੀ। ਨਾ ਜੀ, ਬੰਦੇ 'ਤੇ ਕੋਈ ਰਿਸਰਚ ਹੈ ਨਹੀਂ, ਇਸ ਕਰਕੇ ਕਿਉਂਕਿ ਬੰਦੇ ਦਾ ਮਾਸ ਕਿਸੇ ਨੇ ਨਹੀਂ ਖਾਣਾ, ਲੇਕਿਨ ਬੰਦੇ ਨੂੰ ਖੁਦ ਤਾਂ ਡੈਮੇਜ ਹੋ ਸਕਦਾ ਨਾ। ਤਾਂ ਇਸ ਕਰਕੇ ਇਹੋ ਜਿਹੀ ਧੱਕੜਸ਼ਾਹੀ ਬਹੁਤ ਥਾਵਾਂ 'ਤੇ ਚੱਲ ਰਹੀ ਹੈ। ਬਹੁਤ ਸਾਰੀਆਂ, ਇੱਕ ਨਹੀਂ ਇੱਥੇ ਦਰਜਨਾਂ ਉਹ ਦਵਾਈਆਂ ਨੇ ਜਿਹੜੀਆਂ ਉਹ ਇਕੱਲੇ ਹਿਊਮਨ ਮੈਡੀਸਨ 'ਚ ਨਹੀਂ। ਕੱਲ੍ਹ ਪੜ੍ਹੀਏ ਖਬਰ, 10 ਪੈਸਟੀਸਾਈਡ ਬੈਨ ਹੋਏ ਆ ਪੰਜਾਬ ਦੇ ਅੰਦਰ। 10 ਪੈਸਟੀਸਾਈਡ ਦੇ ਬੈਨ ਹੋ ਗਏ ਆ। ਤੁਹਾਨੂੰ ਪਤਾ ਪੈਸਟੀਸਾਈਡ ਕਿੰਨੇ ਸਾਲਾਂ ਤੋਂ ਵਰਤੇ ਜਾ ਰਹੇ ਹੋ? ਕਿੰਨੇ ਸਾਲਾਂ ਤੋਂ? ਕਲੋਰਪਾਈਰੀਫਾਸ ਵਰਗੇ ਉਹ ਪੈਸਟੀਸਾਈਡ ਹੈ ਜਿਹੜੇ 30 ਸਾਲ ਤੋਂ ਵਰਤੇ ਜਾ ਰਹੇ ਸੀ, ਅੱਜ ਜਾ ਕੇ ਬੈਨ ਹੋ ਗਏ। ਕਿਆ ਮਤਲਬ ਹੈ ਇਹਦਾ? ਉਹ 30 ਸਾਲ ਜੋ ਕੁਛ ਕੀਤਾ ਉਹਨਾਂ ਨੇ, ਉਹਦਾ ਕੌਣ ਜ਼ਿੰਮੇਵਾਰ ਹੈ? ਬਿਲਕੁਲ। ਤਾਂ ਇਹ ਹਾਲਤ ਸਾਰੇ ਪਾਸੇ ਵੈਟਰਨਰੀ 'ਚ ਵੀ ਹੈਗੀ ਹੈ ਅਤੇ ਇਹ ਹਿਊਮਨ ਮੈਡੀਸਨ 'ਚ ਵੀ ਹੈ ਕਿ ਦਰਜਨਾਂ ਦਵਾਈਆਂ ਇਹੋ ਜਿਹੀਆਂ ਨੇ ਜਿਹੜੀਆਂ ਸਾਲਾਂ ਬੱਧੀ ਵਰਤੀਆਂ ਜਾਂਦੀਆਂ ਨੇ, ਉਹਦੇ ਸਾਈਡ ਇਫੈਕਟ ਨਾਲ ਲੱਖਾਂ ਹਜ਼ਾਰਾਂ ਬੰਦੇ ਮਰਦੇ ਵੀ ਆ ਅਤੇ ਬਿਮਾਰ ਵੀ ਹੁੰਦੇ ਆ। ਮੁੜ ਕੇ ਉਹ ਬੈਨ ਹੋ ਜਾਂਦੀਆਂ ਨੇ ਅਤੇ ਮੁੜ ਕੇ ਸਾਰਾ ਉਹਨੂੰ ਕਹਿੰਦੇ ਜੀ ਵੀ ਠੀਕ ਹੈ ਜੀ, ਕੋਈ ਉਹ 'ਤੇ ਮਾਫੀ ਨਹੀਂ ਮੰਗਦਾ, ਕੋਈ ਉਹਦੇ ਕੰਪਨਸੇਸ਼ਨ ਨਹੀਂ ਦਿੰਦਾ, ਕੋਈ ਉਹ 'ਤੇ ਕਿਸੇ ਨੂੰ ਫਾਈਨ ਨਹੀਂ ਹੁੰਦਾ। ਇਹਦਾ ਮਤਲਬ ਰਿਸਰਚ ਹੀ ਜਿਹੜੀ ਹੈ, ਦ ਵੈਰੀ ਮੈਥਡ ਆਫ ਰਿਸਰਚ ਜਿਹੜਾ ਉਹ ਇੰਨਾ ਖੋਖਲਾ ਹੈ ਕਿ ਤੁਸੀਂ ਕੱਚਕਰੜ ਜੀ ਰਿਸਰਚ ਦੇ ਬੇਸ 'ਤੇ ਅਨਸੇਫ ਪ੍ਰੋਡਕਟਸ ਲੈ ਕੇ ਆਉਂਦੇ ਹੋ, ਤੁਸੀਂ ਉਹਨੂੰ ਯੂਜ਼ ਕਰਦੇ ਹੋ, ਯੂਜ਼ ਵੀ ਯੂਜ਼ਲੈਸਲੀ ਕਰਦੇ ਹੋ। ਐਲੋਪੈਥਿਕ ਸਿਸਟਮ ਦੇ ਅੰਦਰ ਤਾਂ ਜਿਹੜੀਆਂ ਅਸੀਂ ਤਾਂ ਹੁਣ ਕਹਿ ਰਹੇ ਮੈਜੋਰਟੀ ਦਵਾਈਆਂ ਅਨਐਥੀਕਲ ਨੇ, ਉਹਦੀ ਵਰਤਣ ਦੀ ਲੋੜ ਨਹੀਂ ਹੈ। ਤੁਸੀਂ ਪੇਨ ਕਿਲਰ ਦੇ ਰਹੇ ਹੋ, ਕਿਉਂ ਦੇ ਰਹੇ ਹੋ ਇੰਨੇ ਪੇਨ ਕਿਲਰ? ਤੁਹਾਡਾ ਪੇਨ ਕਿਲਰ ਖਾਈ ਜਾਂਦੇ ਲੋਕਾਂ ਨੂੰ ਵਾਰ ਨਹੀਂ ਕਰਦਾ ਕੋਈ ਬੰਦਾ। ਸਾਡੇ ਕੋਲ ਰੋਜ਼ ਮਰੀਜ਼ ਆਉਂਦੇ ਆ ਪੇਨ ਕਿਲਰ, ਸੁਬਾਹ ਸ਼ਾਮ ਰੈਗੂਲਰਲੀ ਖਾਈ ਜਾ ਰਿਹਾ ਬੰਦਾ। ਕਾਹਦੇ ਵਾਸਤੇ? ਸਿਰ ਦਰਦ ਹੁੰਦਾ ਜੀ। ਤੁਸੀਂ ਇਹ ਕਿਹੜਾ ਤਾਂ ਆਰਗੂਮੈਂਟ ਹੈ ਸਿਰ ਦਰਦ ਹੁੰਦਾ, ਤੁਸੀਂ ਰੋਜ਼ ਦੋ ਪੇਨ ਕਿਲਰ ਖਾਈ ਜਾਓ। ਬਟ ਫੋਰਨ ਕੰਟਰੀ ਦੇ ਵਿੱਚ ਅਜਿਹਾ ਨਹੀਂ ਹੈ। ਫੋਰਨ ਕੰਟਰੀ ਦੇ ਵਿੱਚ ਜਦ ਤੱਕ ਉਹ ਡਾਕਟਰ ਐਡਵਾਈਜ਼ ਨਹੀਂ ਕਰਦਾ, ਫੈਮਿਲੀ ਡਾਕਟਰ, ਉਦੋਂ ਤੱਕ ਉਹ ਆਪਣੇ ਆਪ ਉੱਥੋਂ ਨਹੀਂ ਲੈ ਸਕਦਾ ਕੋਈ। ਬਹੁਤ ਬਿਲਕੁਲ ਸਹੀ ਪਕੜੀ ਤੁਸੀਂ ਗੱਲ। ਹਾਂਜੀ, ਮੈਂ ਅਮਰੀਕਾ 'ਚ ਵੀ ਜਾ ਕੇ ਆਇਆ, ਕੈਨੇਡਾ 'ਚ ਵੀ ਜਾ ਕੇ ਆਇਆ। ਮੇਰੇ ਉੱਥੇ ਜਿਹਨਾਂ ਕੋਲ ਗਿਆ ਮੈਂ ਡਾਕਟਰ ਸੀਗੇ, ਉੱਥੋਂ ਦਾ ਸਿਸਟਮ ਅਤੇ ਇੱਥੋਂ ਦੇ ਸਿਸਟਮ ਜ਼ਮੀਨ ਅਸਮਾਨ ਦਾ ਫਰਕ। ਬਿਲਕੁਲ। ਉੱਥੇ ਤੁਸੀਂ ਡਾਕਟਰਾਂ ਨੂੰ ਇੰਨੀ ਜ਼ਿਆਦਾ ਐਜੂਕੇਟ ਕਰਦੇ ਹੋ ਕਿ ਡਾਕਟਰ ਲਿਖਦੇ ਹੀ ਨਹੀਂ ਪਹਿਲੀ ਗੱਲ ਤਾਂ ਦਵਾਈਆਂ। ਬਿਲਕੁਲ। ਪੇਸ਼ੈਂਟ ਨੂੰ ਬਰੰਗ ਮੋੜ ਦਿੰਦੇ ਆ ਵੀ ਅਸੀਂ ਤੇਰੇ ਟੈਸਟ ਕਰ ਲਏ, ਤੂੰ ਘਰ ਜਾ, ਜਦੋਂ ਤੇਰੇ ਟੈਸਟ ਹੋਣਗੇ, ਟੈਸਟ ਦੀ ਕੋਈ ਬਿਮਾਰੀ ਆਊਗੀ ਫਿਰ ਆਈ ਸਾਡੇ ਕੋਲੇ, ਕੋਈ ਦਵਾਈ ਨਹੀਂ, ਨੋ ਮੈਡੀਸਨ। ਬਿਲਕੁਲ। ਇੱਥੇ ਇੱਕ ਡਾਕਟਰ ਦੀ ਪਰਚੀ ਦਿਖਾ ਦਿਓ ਜਿਹਨੇ ਕਦੀ ਕਿਹਾ ਹੋਵੇ ਵੀ ਤੂੰ ਟੈਸਟ ਕਰਾ, ਜਦੋਂ ਤੇਰੀ ਬਿਮਾਰੀ ਪਤਾ ਲੱਗੂਗੀ ਫਿਰ ਤੇਰੇ। ਇੱਥੇ ਪਹਿਲਾਂ ਐਡਾ ਥੱਬਾ ਦਵਾਈਆਂ ਨਾਲ ਲਿਖੀਆਂ ਹੁੰਦੀਆਂ ਨੇ, ਨਾਲ ਟੈਸਟ ਲਿਖੇ ਹੁੰਦੇ ਆ। ਉਹ ਜਦੋਂ ਟੈਸਟਾਂ ਲਈ ਜਾਂਦਾ ਤਾਂ ਉਦੋਂ 4 ਘਟਾਈਆਂ 4 ਵਧਾਈਆਂ, ਫਿਰ 10-12। ਤਾਂ ਇੱਥੇ ਖਾਸ ਕਰਕੇ ਡਾਕਟਰ ਸਾਹਿਬ ਯੂਰਨ ਜਿਹੜੀ ਸਮੱਸਿਆ ਹੁੰਦੀ ਹੈ, ਯੂਰਨ ਦੀ ਸਮੱਸਿਆ ਦੇ ਵਿੱਚ ਜਦ ਤੱਕ ਕਲਚਰ ਟੈਸਟ ਨਹੀਂ ਆਉਂਦਾ ਉਦੋਂ ਤੱਕ ਤਾਂ ਫਿਰ ਤਜਰਬੇ ਵਾਲਾ ਹੀ ਕੰਮ ਹੋ ਜਾਂਦਾ ਨਾ, ਵੀ ਕਿਹੜੀ ਦਵਾਈ ਉਹਦੇ 'ਤੇ ਅਸਰ ਕਰੇਗੀ, ਕਿਹੜੀ ਨਹੀਂ ਕਰੇਗੀ। ਉਸ ਤੋਂ ਪਹਿਲਾਂ ਤਾਂ ਤਜਰਬਾ ਹੀ ਹੁੰਦਾ। ਪਹਿਲਾਂ ਉਹਨੂੰ ਹੀ ਐਂਟੀਬਾਇਓਟਿਕ ਦੇ ਦਿੱਤੀ ਜਾਂਦੀ ਹੈ, ਬਾਅਦ 'ਚ ਕਹਿੰਦੇ ਨਹੀਂ ਇਹ ਤਾਂ ਇਹਦੇ 'ਚ ਅਸਰ ਨਹੀਂ ਕਰੀ, ਹੁਣ ਆ ਦਿੰਦੇ ਹਾਂ। ਐਲੋਪੈਥੀ ਦੀਆਂ ਦਵਾਈਆਂ ਦਾ
ਐਜ਼ ਹਾਈ ਐਜ਼ 80 to 90% ਟਾਈਮਸ ਮਿਸਯੂਜ਼ ਹੋ ਰਿਹਾ। ਸਿਰਫ 10 ਤੋਂ 20% ਦਵਾਈਆਂ ਰੈਸ਼ਨਲੀ ਯੂਜ਼ ਹੋ ਰਹੀਆਂ ਨੇ। 80 ਤੋਂ 90% ਦਵਾਈਆਂ ਜਿਹੜੀਆਂ ਨੇ ਉਹ ਇਰਰੈਸ਼ਨਲੀ ਯੂਜ਼ ਹੋ ਰਹੀਆਂ ਨੇ, ਚਾਹੇ ਉਹ ਐਂਟੀਬਾਇਓਟਿਕਸ ਨੇ, ਚਾਹੇ ਉਹ ਪੇਨ ਕਿਲਰ ਨੇ, ਚਾਹੇ ਉਹ ਮੈਂਟਲ ਪੇਨ ਕਿਲਰ ਨੇ, ਚਾਹੇ ਉਹ ਸਿੰਪਟਮ ਸਪਰੈਸਿਵ ਡਰੱਗਸ ਨੇ, ਚਾਹੇ ਉਹ ਸਟੀਰੋਇਡਸ ਨੇ, ਚਾਹੇ ਉਹ ਇਮਿਊਨੋ ਸਪਰੈਸਿਵ ਡਰੱਗਸ ਨੇ। ਕੋਈ ਤੁਕ ਨਹੀਂ ਹੈ ਦੇਣ ਦਾ। ਉਹ ਇਸ ਕਰਕੇ ਕਿ ਤੁਸੀਂ ਬਾਕੀ ਸਿਸਟਮਸ ਨੂੰ ਕੁਐਕਰੀ ਕਹਿਤਾ। ਜਿਸ ਸਿਸਟਮ ਨੂੰ ਅਸੀਂ ਅੱਜ ਕਹਿ ਰਹੇ ਹਾਂ ਕਿ ਸਾਡੇ ਕੋਲ ਇਲਾਜ ਹੈਗਾ, ਕੋਈ ਐਲੋਪੈਥਿਕ ਡਾਕਟਰ ਕਿਸੇ ਮਰੀਜ਼ ਆਪਣੇ ਨੂੰ ਨਹੀਂ ਕਹਿੰਦਾ ਵੀ ਜਾ ਭਾਈ ਫਲਾਣੀ ਥਾਂ ਤੇ ਤੂੰ ਡਾਈਟ ਖਾ ਕੇ ਠੀਕ ਕਰਿਆ, ਠੀਕ ਹੋਇਆ। ਕਿਉਂ? ਕਿਉਂਕਿ ਉਹ ਕਹਿੰਦਾ ਕੁਐਕਰੀ ਹੈ। ਉਹਨਾਂ ਦੇ ਸਾਹਮਣੇ ਠੀਕ ਹੋ ਰਿਹਾ ਬੰਦਾ, ਸੈਂਕੜੇ ਹਜ਼ਾਰਾਂ ਬੰਦੇ ਠੀਕ ਹੋ ਰਹੇ ਆ, ਸ਼ੂਗਰ ਠੀਕ ਹੋ ਰਹੀ ਹੈ, BP ਠੀਕ ਹੋ ਰਿਹਾ, ਸਭ ਕੁਝ ਠੀਕ ਹੋ ਰਿਹਾ, ਲੇਕਿਨ ਕੋਈ ਐਲੋਪੈਥਿਕ ਡਾਕਟਰ ਨਹੀਂ ਕਹੇਗਾ। ਕੋਈ ਵਿਰਲਾ ਕੋਈ ਦਾ ਮਤਲਬ, ਮੇਰਾ ਮਤਲਬ ਨਹੀਂ ਕਿ ਬਿਲਕੁਲ ਹੀ ਕੋਈ ਨਹੀਂ, ਲੇਕਿਨ ਐਵੇਂ ਮਤਲਬ ਜਿਹਨੂੰ ਕਹਿੰਦੇ ਆ ਐਕਸੈਪਸ਼ਨਸ ਆਰ ਆਲਵੇਜ਼ ਦੇਅਰ। ਪਰ ਇੱਥੇ ਮਜ਼ਾਕ ਵਾਲੀ ਗੱਲ ਇਹ ਹੈ ਕਿ ਜਦੋਂ ਅਜਿਹੇ ਡਾਕਟਰ ਆਪ ਬਿਮਾਰ ਆਉਂਦੇ ਨੇ, ਫਿਰ ਉਹ ਜਿਹੜੇ ਉਹ ਤੁਹਾਡੇ ਵਰਗਿਆਂ ਕੋਲ ਜ਼ਰੂਰ ਆਉਂਦੇ ਨੇ, ਕਿਉਂਕਿ ਉਹਨਾਂ ਨੂੰ ਆਪ ਨੂੰ ਪਤਾ ਹੁੰਦਾ ਵੀ ਕਿੱਥੇ ਠੀਕ ਹੋਣਾ। ਬਿਲਕੁਲ ਆਉਂਦੇ। ਤੇ ਇੱਥੇ ਮੈਂ ਅਮਰੀਕਨ ਸਿਸਟਮ ਦੀ ਜਾਂ ਜਿਹੜੇ ਫੋਰਨ ਦੇ ਸਿਸਟਮ ਹੈਗੇ ਉਹਨਾਂ ਦੀ ਤਾਰੀਫ ਕਰਨੀ ਬਣੇਗੀ ਕਿ ਉਹਨਾਂ ਨੇ ਉੱਥੇ ਲੋਕਾਂ ਦੇ ਵਿੱਚ, ਡਾਕਟਰਸ ਦੇ ਵਿੱਚ ਵੀ ਐਥਿਕਸ ਹੈਗੇ ਨੇ, ਸਰਕਾਰਾਂ 'ਚ ਵੀ ਐਥਿਕਸ ਹੈਗੇ ਨੇ, ਫਾਰਮਾਸਿਊਟੀਕਲ ਕੰਪਨੀਆਂ ਵੀ ਜਿਹੜੀ ਗੱਲ ਹੈ ਉਹ ਇੰਨੀ ਜ਼ਿਆਦਾ ਨਹੀਂ ਮੰਨੀ ਜਾਂਦੀ। ਬਿਲਕੁਲ ਬਹੁਤ ਸਾਰੇ ਐਥਿਕਸ ਨੇ ਦਵਾਈਆਂ ਦੇ ਵਿੱਚ। ਫਾਰ ਐਗਜ਼ਾਮਪਲ ਫਿਕਸ ਡੋਜ਼ ਕੰਬੀਨੇਸ਼ਨ ਉੱਥੇ ਨਹੀਂ ਅਲਾਉ ਕਰਦੇ ਹੋ। ਕੱਲੀ ਤੁਸੀਂ ਤਾਂ ਪਾਓਗੇ ਨਹੀਂ, ਦਵਾਈ ਕੱਲੀ ਹੈ। ਇੱਥੇ 4 ਦਵਾਈਆਂ ਦਾ ਕੰਬੀਨੇਸ਼ਨ ਇੱਕੋ ਚੀਜ਼ ਹੈ। ਕਦੇ ਤੁਹਾਨੂੰ ਕਦੇ ਕਿਸੇ ਬਾਹਰਲੇ ਕੰਟਰੀ 4 ਦਵਾਈਆਂ ਦਾ ਕੰਬੀਨੇਸ਼ਨ ਨਹੀਂ ਮਿਲੇਗਾ ਫਿਕਸ ਡੋਜ਼ ਦਾ। ਫਿਕਸ ਡੋਜ਼ ਦਾ ਕੰਬੀਨੇਸ਼ਨ ਦਾ ਕੀ ਮਤਲਬ ਹੈ? ਤੁਸੀਂ ਇੱਕ ਡਰੱਗ ਦੇ ਕੇ ਦੇਖੋ ਪਹਿਲਾਂ, ਫਿਰ ਦੂਜੀ ਅਲੱਗ ਦਿਓ, ਫਿਰ ਤੀਜੀ ਅਲੱਗ ਦਿਓ, ਤਾਂ ਕਿ ਉਹ ਘਟਾਉਣੀ ਵਧਾਉਣੀ ਵੀ ਉਹ ਸੌਖੀ ਹੈ। ਇੱਥੇ ਤੁਸੀਂ ਫਿਕਸ ਡੋਜ਼ ਕੰਬੀਨੇਸ਼ਨ ਪਾਤੇ ਆ। ਫਿਕਸ ਡੋਜ਼ ਕੰਬੀਨੇਸ਼ਨ ਕਿਉਂ ਪਾ ਦਿੰਦੇ ਆ? ਕਿਉਂਕਿ ਉਹਦੇ 'ਚ ਸੁਪਰ ਪ੍ਰੋਫਿਟਸ ਲੈ ਲੈਂਦੇ ਆ। ਸਰਕਾਰ ਨੇ ਲਾਈਫ ਸੇਵਿੰਗ ਡਿਕਲੇਅਰ ਕਰਕੇ ਪਰਟੀਕੂਲਰ ਡਰੱਗਸ ਜਿਹੜੀਆਂ ਨੇ ਉਹਦੀ ਪ੍ਰਾਈਸ ਫਿਕਸ ਕਰਤੀ, ਲੇਕਿਨ ਸਰਕਾਰ ਨੇ ਫਿਕਸ ਡੋਜ਼ ਕੰਬੀਨੇਸ਼ਨ ਦੀ ਪ੍ਰਾਈਸ ਨਹੀਂ ਫਿਕਸ ਕੀਤੀ। ਤੁਸੀਂ ਮੰਨ ਲਓ ਇੱਕ ਦਵਾਈ ਹੈ ਜਿਹੜੀ ਉਹ 50 ਪੈਸੇ ਦੀ ਹੈ, ਦੂਜੀ ਦਵਾਈ ਵੀ 50 ਪੈਸੇ ਦੀ ਹੈ, ਤੁਸੀਂ ਦੋਨੋਂ ਨੂੰ ਕੰਬਾਈਨ ਕਰਤਾ 1 ਰੁਪਏ ਦੀ ਬਣ ਗਈ ਨਾ। ਠੀਕ ਹੈ, ਤੁਸੀਂ 5 ਰੁਪਏ ਦੀ ਵਿੱਚ ਵੇਚ ਸਕਦੇ ਹੋ, ਕਿਉਂਕਿ ਕਾਨੂੰਨ ਨਹੀਂ ਹੈ। ਕਾਨੂੰਨ ਨੇ ਬੰਦਿਸ਼ ਕਰਤੀ ਕਿ ਆਹ ਦਵਾਈ 50 ਪੈਸੇ ਤੋਂ ਉੱਪਰ ਨਹੀਂ ਵੇਚ ਸਕਦੇ, ਆਹ ਵਾਲੀ ਦਵਾਈ 50 ਪੈਸੇ ਤੋਂ ਉੱਪਰ ਨਹੀਂ ਵੇਚ ਸਕਦੇ। ਹੁਣ ਤੁਸੀਂ ਦੋਨੋਂ ਨੂੰ ਕੰਬਾਈਨ ਕਰਤਾ, ਹੁਣ ਸਰਕਾਰ ਦਾ ਕਾਨੂੰਨ ਖਤਮ ਹੋ ਗਿਆ। ਤੁਸੀਂ ਤਾਂ ਉਹਨੂੰ 5 ਦੀ ਵਿੱਚ, 10 ਦੀ ਵਿੱਚ। ਫਿਕਸ ਡੋਜ਼ ਕੰਬੀਨੇਸ਼ਨ ਦਾ ਇੱਕ ਤਾਂ ਇਹ ਲੁੱਟ ਹੈ, ਇੱਕ ਵੈਸੇ ਹੀ ਇਰਰੈਸ਼ਨਲ ਨੇ ਫਿਕਸ ਡੋਜ਼ ਕੰਬੀਨੇਸ਼ਨ ਕਿਉਂ ਪਾਉਂਦੇ? ਤੁਸੀਂ ਪਹਿਲਾਂ ਕੱਲੀ ਦਵਾਈ ਵਰਤ ਕੇ ਦੇਖੋ, ਤੇ ਇੱਕ ਮਤਲਬ ਸ਼ੂਗਰ ਦੀਆਂ 10 ਦਵਾਈਆਂ ਨੇ ਮਾਰਕੀਟ 'ਚ, ਤੁਸੀਂ 4 ਦਵਾਈਆਂ ਇਕੱਠੀਆਂ ਕਿਉਂ ਪਾ ਰਹੇ ਹੋ? ਉਹ ਇਸ ਕਰਕੇ ਵੀ ਮਰੀਜ਼ ਖੁਸ਼ ਰਵੇ ਵੀ ਮੇਰੀਆਂ ਗੋਲੀਆਂ ਘੱਟ ਨੇ। ਅਦਰਵਾਈਜ਼ ਮਰੀਜ਼ ਵੀ ਤੰਗ ਆ ਜਾਂਦਾ। ਮਰੀਜ਼ ਨੂੰ ਤੁਸੀਂ ਹੁਣ ਜਿੰਨੀਆਂ ਦਵਾਈਆਂ ਪਾਈਆਂ ਹੁੰਦੀਆਂ ਮਰੀਜ਼ਾਂ ਨੂੰ, 8-10 ਤਾਂ ਗੋਲੀਆਂ ਪਾਈਆਂ ਹੁੰਦੀਆਂ ਨੇ। ਜੇ ਤੁਸੀਂ ਅਲੱਗ-ਅਲੱਗ ਕਰਨ ਲੱਗੇ ਤਾਂ 25-30 ਹੋ ਜਾਣਗੀਆਂ। ਬਿਲਕੁਲ ਕੰਬੀਨੇਸ਼ਨ ਜੇ ਅਲੱਗ ਕਰੀਏ ਤਾਂ ਉਹ ਮਰੀਜ਼ ਕੋਲ ਮੈਂ ਚੰਗਾ ਬੰਦਾ ਤੇ ਮੈਂ 25-30 ਦਵਾਈਆਂ ਕਿਉਂ ਖਾਵਾਂ? ਤੇ ਉਹਨੂੰ ਸਿਰਫ ਉਹਨੂੰ ਦਵਾਈਆਂ ਖਾਣ। ਔਰ ਇੰਡੀਅਨ ਮਾਰਕੀਟ ਸਿਰਫ ਇੱਕੋ ਇੱਕ ਇਹੋ ਜਿਹੀ ਮਾਰਕੀਟ ਹੈ ਜਿਹਦੇ ਅੰਦਰ ਕੋਈ ਵੀ ਦਵਾਈ ਤੁਸੀਂ ਜਿਹੜੀ ਮਰਜ਼ੀ ਕੈਮਿਸਟ ਤੋਂ ਲੈ ਲਓ ਜਾ ਕੇ। ਬਿਲਕੁਲ ਸ਼ਡਿਊਲ ਐਚ ਲਿਖਿਆ ਹੁੰਦਾ, ਪਰ ਉਹਦੇ ਬਾਵਜੂਦ ਵੀ ਸ਼ਡਿਊਲ ਐਚ ਦੇ ਮਤਲਬ ਵਾਲੀਆਂ ਦਵਾਈਆਂ ਕੁਝ ਹੁਣ ਜਿਹੜੀ ਪਰ ਸ਼ਡਿਊਲ ਐਚ ਵਾਲੀਆਂ ਦਵਾਈਆਂ ਵੀ ਤੁਸੀਂ ਬਿਨਾਂ ਪਰਚੀ ਦੇ ਜਾ ਕੇ ਲੈ ਸਕਦੇ ਹੋ। ਨਹੀਂ, ਸ਼ਡਿਊਲ 'ਚ ਇੱਕ ਚੀਜ਼ ਸਖਤੀ ਹੋਈ ਹੈ ਜਿਹੜੀ ਉਹ ਜਿਹੜੀਆਂ ਐਡਿਕਸ਼ਨ ਵਾਲੀਆਂ ਜ਼ਰੂਰ ਸਰ, ਪਰ ਉਹਦਾ ਇੱਕ ਨੁਕਸਾਨ ਵੀ ਹੋਇਆ ਕਿ ਜਿਹਨੂੰ ਉਹ ਅਸਲ 'ਚ ਚਾਹੀਦੀਆਂ ਸੀ ਉਹਨੂੰ ਵੀ ਨਹੀਂ ਮਿਲਦੀਆਂ। ਨਹੀਂ, ਉਹ ਵੀ ਬੰਦ ਨਹੀਂ ਕੀਤੀਆਂ ਕਿਸੇ ਨੇ। ਉਹ ਇਸ ਐਕਸੀਡੈਂਟਲੀ ਬੰਦ ਹੋ ਗਈਆਂ ਕਿ ਜਦੋਂ ਤੁਸੀਂ ਕੈਮਿਸਟਾਂ ਨੂੰ ਤੰਗ ਕਰਨ ਲੱਗੇ, ਕੈਮਿਸਟਾਂ ਦੇ ਉੱਪਰ ਜਦੋਂ ਪੁਲਿਸ ਨੂੰ ਪਾਵਰਾਂ ਦੇ ਦਿੱਤੀਆਂ ਵੀ ਤੁਸੀਂ ਇਹਨਾਂ ਦੇ ਛਾਪੇ ਮਾਰ ਸਕਦੇ ਹੋ, ਪੁਲਿਸ ਨੇ ਜਾ ਕੇ ਛਾਪਾ ਮਾਰ ਲਿਆ। ਜੇ ਤਾਂ ਪੁਲਿਸ ਨੂੰ ਨਾਲ ਉਹਨਾਂ ਦੀ ਕੋਈ ਹੋ ਗਈ ਗੱਠਜੋੜ ਤਾਂ ਠੀਕ ਹੈ, ਨਹੀਂ ਗੱਠਜੋੜ ਹੋਈ ਤਾਂ ਪੁਲਿਸ ਕਹਿੰਦੀ ਤੁਹਾਡੇ ਤੇ ਕੇਸ ਪਾਵਾਂਗੇ। ਕੇਸ ਫਿਰ ਕਾਹਦਾ ਪਾਉਂਦੇ? ਨਾਰਕੋਟਿਕਸ ਦਾ। ਨਾਰਕੋਟਿਕਸ ਦਾ ਐਕਟ ਪੈ ਗਿਆ ਤਾਂ ਬੰਦਾ 10 ਸਾਲ ਦੀ ਜ਼ਮਾਨਤ ਨਹੀਂ ਹੁੰਦੀ ਉਹਦੀ। ਉਹ ਬੰਦੇ ਨੇ ਡਰਦੇ ਹੱਥ ਜੋੜਤੇ, ਉਹਨੇ ਐਸੋਸੀਏਸ਼ਨ ਨੇ ਫੈਸਲਾ ਕਰਤਾ ਵੀ ਅਸੀਂ ਦਵਾਈਆਂ ਦਵਾਈਆਂ ਨਹੀਂ ਰੱਖਦੇ, ਜਾਓ। ਉਹਦੇ ਨਾਲ ਕੀ ਹੋਇਆ ਕਿ ਹੁਣ ਡਾਕਟਰਾਂ ਨੂੰ ਵੀ ਨਹੀਂ ਮਿਲਦੀਆਂ ਉਹ ਦਵਾਈਆਂ ਉਹਦੀਆਂ। ਬਿਲਕੁਲ ਉਹਦੇ 'ਚ ਇਹ ਆ ਗਿਆ ਮੈਨੂੰ ਕੁਝ ਕੈਮਿਸਟ ਜਿਹੜੇ ਨੇ ਜਿਹੜੇ ਉਹਦਾ ਹਿਸਾਬ ਕਿਤਾਬ ਵਧੀਆ ਰੱਖ ਸਕਦੇ ਆ, ਉਹ ਉਹਨਾਂ ਕੋਲੇ ਮਿਲਦੀਆਂ ਨੇ। ਬਾਕੀ ਜਨਰਲ ਪੇਸ਼ੈਂਟ ਕੈਮਿਸਟਾਂ ਰੱਖਣੀਆਂ ਬੰਦ ਕਰਤੀਆਂ। ਉਹਦਾ ਨੁਕਸਾਨ ਇਹ ਹੋਇਆ ਕਿ ਜਿਹਨੂੰ ਜਨਰਲੀ ਚਾਹੀਦੀ ਹੈ ਉਹਨੂੰ ਵੀ ਨਹੀਂ ਮਿਲਦੀਆਂ। ਤਾਂ ਉਹ ਇੱਕ ਐਕਸੀਡੈਂਟਲੀ ਇੱਕ ਵਰਤਾਰਾ ਹੋਇਆ। ਅਦਰਵਾਈਜ਼ ਹਿੰਦੁਸਤਾਨ 'ਚ ਤੁਸੀਂ ਲੇਟੈਸਟ ਤੋਂ ਲੇਟੈਸਟ ਐਂਟੀਬਾਇਓਟਿਕ, ਲੇਟੈਸਟ ਐਂਟੀ ਕੈਂਸਰ ਡਰੱਗ, ਔਰ ਦੂਜੀ ਜਿਹੜੀ ਲੁੱਟ ਹੈ ਕਿ ਤੁਸੀਂ ਜਿਹੜੀ ਉਹਦੀ ਜਿਹੜੀ ਬਿਲਿੰਗ ਪ੍ਰਾਈਸ ਹੈ ਅਤੇ ਉਹਦੀ MRP ਹੈ, ਜ਼ਮੀਨ ਅਸਮਾਨ ਦਾ ਫਰਕ ਹੈ। ਉਹਦਾ ਕੋਈ ਨੇਰ ਖਾਤਾ ਹੈ ਉਹਦਾ ਤੁਸੀਂ 100% ਪ੍ਰੋਫਿਟ ਹੈ ਕਿ 500% ਪ੍ਰੋਫਿਟ ਹੈ ਕਿ 1000% ਪ੍ਰੋਫਿਟ ਹੈ, ਕੋਈ ਹਿਸਾਬ ਕਿਤਾਬ ਵੀ ਨਹੀਂ। ਤਾਂ ਇਹ ਮਾਫੀਆ ਹੀ ਹੁੰਦਾ ਨਾ ਕਿ ਤੁਹਾਡੀ MRP ਤਾਂ ਜਿਹੜੀ ਹੈ ਉਹ 100 ਰੁਪਏ ਹੈ। ਜੇ ਤੁਸੀਂ ਉਹਦਾ ਬਿਲਿੰਗ ਕਰਾਉਣ ਜਾਓਗੇ ਤਾਂ ਉਹ 10 ਰੁਪਏ ਵੀ ਨਹੀਂ ਹੈ। 10 ਗੁਣਾ ਪ੍ਰਾਈਸ 'ਤੇ ਵਿਕ ਰਹੀ ਹੈ MRP। ਬਿਲਕੁਲ
ਤਾਂ ਇਹ ਮਾਫੀਆ ਹੋਰ ਕੀ ਹੁੰਦਾ? ਮਾਫੀਆ ਇਹੀ ਹੁੰਦਾ ਵੀ ਤੁਸੀਂ ਕੋਈ ਰੈਸ਼ਨੈਲਿਟੀ ਤਾਂ ਹੋਵੇ ਨਾ, ਵੀ ਤੁਸੀਂ ਹੋਲਸੇਲਰ ਨੂੰ ਇੰਨਾ ਪ੍ਰੋਫਿਟ ਦੇਣਾ, ਤੁਸੀਂ ਰਿਟੇਲਰ ਨੂੰ ਇੰਨਾ ਪ੍ਰੋਫਿਟ ਦੇਣਾ, ਕੋਈ ਹਿਸਾਬ ਦਾ ਵੀ ਨਹੀਂ, ਕੋਈ ਐਥਿਕਸ ਨਹੀਂ, ਕੋਈ ਲੋਕਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਹੈ। ਕੈਂਸਰ ਦੀਆਂ ਦਵਾਈਆਂ ਜਿਹੜੀਆਂ ਨੇ ਉਹਦੇ ਅੰਦਰ ਤਾਂ ਹੱਦ ਹੋਈ ਪਈ ਆ। ਮਤਲਬ ਇੱਕ ਟੀਕਾ 6000 ਦਾ 7000 ਦਾ, ਜਿਹਦੀ ਬਿਲਿੰਗ ਪ੍ਰਾਈਸ ਦੇਖੋ ਤਾਂ 500 700। ਔਰ ਉਹ ਫਰੀਦਕੋਟ ਦੇ ਕਿੰਨੇ ਕੇਸ ਦਿੱਤੇ ਉਹਨਾਂ ਨੇ ਕੱਢ ਕੇ ਉਹ ਫਿਰ ਨੈਚੁਰਲੀ ਫਿਰ ਉਹ ਕੈਮਿਸਟ ਦਾ ਤੇ ਡਾਕਟਰ ਦੀ ਆਪਸੀ ਮਿਲੀ ਭੁਗਤ ਨਾਲ ਹੀ ਹੁੰਦਾ। ਉਹ ਕੁਛ ਹੋਰ ਹੁੰਦਾ ਕਿ ਦਵਾਈਆਂ ਜਿਹੜੀਆਂ ਘੱਟ ਰੇਟਾਂ ਵਾਲੀਆਂ ਹੁੰਦੀਆਂ ਨੇ, ਰੁਪਈਏ ਦੀ ਚੀਜ਼ ਜੇ ਉੱਤੇ 500 ਰੁਪਏ ਰੇਟ ਲਿਖ ਕੇ ਦੇ ਦੋਗੇ, ਉਹ ਆਪਣੀ ਮਨਮਰਜ਼ੀ ਕਰੇਗਾ ਉਹ ਵੀ। ਉਹ ਕੁਦਰਤੀ ਗੱਲ ਹੈ। ਉਹ ਕੰਪਨੀਆਂ ਨੇ ਇਹੋ ਜਿਹੇ ਟੈਕਸ ਚੱਲੇ ਆ ਨਾ, ਕੰਪਨੀਆਂ ਦੇ ਟੈਕਸ ਚੱਲੇ ਵੀ ਕੈਮਿਸਟ ਨੂੰ ਲਾਲਚ ਦੇਤਾ ਵੀ ਭਾਈ ਤੂੰ ਜੋ ਮਰਜ਼ੀ ਕਰ, ਸਾਡੀ ਚੀਜ਼ ਸੇਲ ਹੋਣੀ ਚਾਹੀਦੀ ਹੈ। ਉਹਦੇ ਡਾਕਟਰ ਨੂੰ ਲਾਲਚ ਦੇਤਾ, ਡਾਕਟਰ ਨੇ ਆਪ ਆਪਣੇ ਇੱਕ ਸਟੋਰ ਖੋਲ੍ਹ ਲਏ ਅੰਦਰ। ਬਿਲਕੁਲ, ਕਿਉਂ ਬ੍ਰਾਂਡ ਆਪਣੇ ਬਣਵਾਉਣ ਲੱਗੇ। ਹਾਂ, ਸੋ ਇਸ ਕਰਕੇ ਇਹ ਸਾਰਾ ਦਾ ਸਾਰਾ ਮਤਲਬ ਇਹ ਜਿਹਨੂੰ ਕਹਿੰਦੇ ਆ ਗੈਂਗਸਟਰਿਜ਼ਮ ਹੈ, ਵੀ ਇਹ ਵੀ ਇੱਕ ਗੈਂਗਸਟਰਿਜ਼ਮ ਹੈ ਆਪਣੀ ਕਿਸਮ ਦਾ। ਮਤਲਬ ਮੈਡੀਕਲ ਗੈਂਗਸਟਰਿਜ਼ਮ ਕਹਿ ਲਓ ਜਾਂ ਫਾਰਮਾ ਗੈਂਗਸਟਰਿਜ਼ਮ ਕਹਿ ਲਓ, ਜਿਹੋ ਜਿਹਾ ਰਲ ਕੇ ਲੁੱਟੋ। ਸਾਰੇ ਆਪਾਂ ਨਹੀਂ ਕਹਿ ਸਕਦੇ, ਬਹੁਤ ਸਾਰੇ ਐਥਿਕਸ ਵਾਲੇ ਡਾਕਟਰ ਵੀ ਹੈਗੇ ਨੇ ਜਿਹੜੇ ਕਿ ਇਦਾਂ ਦੀ ਗੱਲ ਨਹੀਂ। ਬਿਲਕੁਲ ਸਾਰੇ ਕਦੇ ਵੀ ਨਹੀਂ ਮਾੜੇ ਹੁੰਦੇ, ਸਾਰੇ ਮਾੜੇ ਹੋਣ ਤਾਂ ਫਿਰ ਜ਼ਿੰਦਗੀ ਕਿਵੇਂ ਚੱਲੇ। ਦੇਰ ਆਰ ਗੁੱਡ ਪੀਪਲ, ਦੇਰ ਆਲਵੇਜ਼ ਗੁੱਡ ਪੀਪਲ। ਅਸੀਂ ਉਹਨਾਂ ਗੁੱਡ ਪੀਪਲ ਦੇ ਬਿਲਕੁਲ ਹੱਕ 'ਚ। ਜਿਹੜੇ ਲੋਕ ਇਹ ਨਹੀਂ ਕਰਦੇ, ਜਿਹੜੇ ਲੋਕ ਨੇ ਇਹੋ ਜਿਹੇ ਵੀ ਹੈਗੇ ਆ ਜਿਹੜੇ ਕਿ ਜਨਰਿਕ ਦੀਆਂ ਦਵਾਈਆਂ ਜਿਹੜੀਆਂ ਨੇ ਜਨਰਿਕ ਵਾਲੇ ਰੇਟ 'ਤੇ ਦਿੰਦੇ ਆ, ਇਹੋ ਜਿਹੇ ਵੀ ਹੈਗੇ ਆ। ਸੋ ਇਸ ਇਹੀ ਗੱਲ ਨਹੀਂ, ਕੋਈ ਡਾਕਟਰ ਸਾਰੇ ਮਾੜੇ ਨਹੀਂ ਹੁੰਦੇ, ਕੋਈ ਪਰਸਨ ਦਾ ਸਵਾਲ ਨਹੀਂ ਹੈ। ਸਵਾਲ ਇਹ ਸਿਸਟਮ ਜਿਹੜਾ ਉਹ ਗਲਤ ਹੈ ਸਿਸਟਮ। ਇਹਦੇ ਉੱਪਰ ਸਰਕਾਰਾਂ ਨੂੰ ਪ੍ਰੋਪਰਲੀ ਕੰਟਰੋਲ ਕਰਨਾ ਚਾਹੀਦਾ, ਪ੍ਰੋਪਰਲੀ ਉੱਤੇ ਤੇ ਸੈੱਟ ਸਿਸਟਮ ਹੋਣਾ ਚਾਹੀਦਾ ਕਿ ਡਾਕਟਰਾਂ ਦੇ ਉੱਪਰ ਸੈੱਟ ਸਿਸਟਮ ਹੋਵੇ ਕਿ ਤੁਸੀਂ ਇਹ ਦਵਾਈਆਂ ਜਿਹੜੀਆਂ ਨੇ ਕਦੋਂ ਦੇਣੀਆਂ ਨੇ, ਕਦੋਂ ਨਹੀਂ ਦੇਣੀਆਂ। ਜੇ ਲਿਖਣੀਆਂ ਨੇ ਤਾਂ ਉਹਦੇ 'ਤੇ ਕਿੰਨਾ ਹੋਲਸੇਲਰ ਦਾ ਪ੍ਰੋਫਿਟ ਹੈ, ਕਿੰਨਾ ਰਿਟੇਲਰ ਦਾ ਪ੍ਰੋਫਿਟ ਹੈ, ਪੂਰਾ ਹੋਵੇ। ਫਿਰ ਸਰਕਾਰ ਦੀਆਂ ਬਦਲਵੀਆਂ ਅੱਜ ਜਿਹੜੀਆਂ ਖੋਲ੍ਹੀਆਂ ਨੇ ਜਨ ਔਸ਼ਧੀ, ਹੁਣ ਆ ਕੇ ਖੋਲ੍ਹੀਆਂ ਨੇ ਨਾ, ਇਹ ਜਨ ਔਸ਼ਧੀ ਜਿਹੜੀਆਂ ਨੇ ਇਹ ਥਾਂ 'ਤੇ ਹੋਣੀ ਚਾਹੀਦੀਆਂ ਨੇ, ਥਾਂ 'ਤੇ ਹੋਣੀ ਚਾਹੀਦੀਆਂ ਤਾਂ ਕਿ ਜੇ ਕਿਸੇ ਬੰਦੇ ਨੇ ਲੈਣੀ ਦਵਾਈ ਤਾਂ ਭਾਈ ਉੱਥੋਂ ਲਓ, ਜ਼ਰੂਰੀ ਨਹੀਂ ਹੈ। ਉਹ ਪਹਿਲਾਂ ਬਹੁਤ ਚਿਰ ਤਾਂ ਇਹ ਪ੍ਰਚਾਰ ਹੀ ਕਰੀ ਗਿਆ ਵੀ ਜਨਰਿਕ ਦੀਆਂ ਦਵਾਈਆਂ ਮਾੜੀਆਂ ਹੁੰਦੀਆਂ ਜੀ, ਬਹੁਤ ਚਿਰ ਤਾਂ ਇਹ ਲੋਕਾਂ ਨੂੰ ਬੇਵਕੂਫ ਬਣਾਈ ਗਏ। ਬਾਅਦ 'ਚ ਸਰਕਾਰਾਂ ਨੇ ਆਪ ਬਿਆਨ ਦੇਣੇ ਪਏ ਉਹਨਾਂ ਨੂੰ ਵੀ ਨਹੀਂ ਜੀ ਜਨਰਿਕ ਦੀ ਦਵਾਈ ਕੋਈ ਮਾੜੀ ਨਹੀਂ ਹੁੰਦੀ, ਸਰਕਾਰੀ ਹਸਪਤਾਲਾਂ ਸਾਰੇ ਜਨਰਿਕ ਦੀਆਂ ਦਵਾਈਆਂ ਖਰੀਦੀਆਂ ਜਾਂਦੀਆਂ। ਜਨਰਿਕ ਦੀਆਂ ਦਵਾਈਆਂ ਸੇਮ ਦਵਾਈਆਂ ਨੇ, ਸਾਲਟ ਸੇਮ ਨੇ, ਕੋਈ ਫਰਕ ਨਹੀਂ ਹੈ, ਸਿਰਫ ਲੇਬਲਿੰਗ ਫਰਕ ਹੈ। ਉਹਦੇ 'ਤੇ ਲੇਬਲ ਰੈਪਰ ਤੇ ਉਹਦੇ 'ਚ ਜਿਹੜਾ ਹੈ ਡਾਕਟਰਾਂ ਦਾ ਜਿਹੜਾ ਉਹ ਜਿਹਨੂੰ ਕਹਿੰਦੇ ਆ ਮਾਰਕੀਟਿੰਗ, ਉਹ ਨਹੀਂ ਹੈ ਉਹਦੇ 'ਚ। ਕੋਈ ਕਿਸੇ ਡਾਕਟਰ ਨੂੰ ਕੋਈ ਉਹ ਇਨਸੈਂਟਿਵ ਨਹੀਂ ਦਿੰਦੇ, ਉਸ ਕਰਕੇ ਸਸਤੀਆਂ ਨੇ ਉਹ। ਦੂਜੇ ਜਿਹੜੇ ਨੇ ਉਹ ਡਾਕਟਰ ਬ੍ਰਾਂਡਡ ਜਿਹੜੀਆਂ ਨੇ ਉਹ ਡਾਕਟਰਾਂ ਨੂੰ ਇਨਸੈਂਟਿਵ ਦੇ ਕੇ ਡਾਕਟਰਾਂ ਤੋਂ ਗਲਫਵਾ ਕੇ ਉਹ ਦੋਨੋਂ ਪਾਸੇ ਹੈ। ਬਹੁਤ ਸਾਰੇ ਲੋਕ ਵਿਚਾਰੇ ਇਸ ਗੱਲ 'ਤੇ ਲੁੱਟੀ ਜਾਂਦੇ ਆ ਕਿ ਉਹਨਾਂ ਨੂੰ ਲੱਗਦਾ ਕਿ ਜਿਹੜੀਆਂ ਐਥੀਕਲ ਦਵਾਈਆਂ ਨੇ, ਸੋ ਕਾਲਡ ਬ੍ਰਾਂਡਡ ਦਵਾਈਆਂ ਨੇ, ਉਹ ਜ਼ਿਆਦਾ ਚੰਗੀਆਂ ਹੁੰਦੀਆਂ ਨੇ। ਹਾਲਾਂਕਿ ਕੋਈ ਫਰਕ ਨਹੀਂ ਹੈ, ਸੇਮ ਦਵਾਈਆਂ ਨੇ, ਕਿਉਂਕਿ ਸਾਲਟ ਸੇਮ ਨੇ, ਤੁਸੀਂ ਸੋਰਸ ਆਫ ਸਾਲਟ ਸੇਮ ਹੈ, ਇੱਕੋ ਥਾਂ ਤੋਂ ਸਾਲਟ ਆ ਰਿਹਾ। ਉਹੀ ਕੰਪਨੀ, ਤੁਸੀਂ ਹੱਦ ਦੇਖੋ, ਉਹੀ ਕੰਪਨੀ ਉਸੇ ਦਵਾਈ ਨੂੰ ਇੱਕ ਨਾਂ 'ਤੇ ਐਥੀਕਲ ਵੇਚ ਰਹੀ ਹੈ, ਬਹੁਤ ਮਹਿੰਗੀ ਵੇਚ ਰਹੀ ਹੈ, ਉਹੀ ਦਵਾਈ ਦੂਜੇ ਨਾਂ 'ਤੇ ਬਹੁਤ ਸਸਤੀ ਵੇਚ ਰਹੀ ਹੈ। ਤੋ ਇਹੋ ਇਹ ਸਾਰਾ ਜਿਹੜਾ ਮਾਫੀਆ ਸਟਾਈਲ ਹੈ, ਇਹ ਕਿਤੇ ਨਾ ਕਿਤੇ ਜਿਹੜਾ ਪੋਲੀਟੀਕਲ ਜਿਹੜਾ ਸਿਸਟਮ ਹੈ ਉਹਦੀ ਕਨਾਈਵੈਂਸ ਨਾਲ ਹੀ ਹੁੰਦਾ। ਦੂਜੀ ਗੱਲ ਜਿਹੜੀ ਸਮਝਣੀ ਚਾਹੀਦੀ ਹੈ, ਇਸ ਤੋਂ ਵੀ ਡੂੰਘਾ ਜਿਹੜਾ ਹੈ ਨਾ ਇਹ ਸਿਸਟਮ ਹੈ। ਜਦੋਂ 60s ਦੇ ਵਿੱਚ ਐਗਰੋ ਕੈਮੀਕਲਸ ਆਏ, ਜਦੋਂ ਰੇਹਾਂ ਆਈਆਂ, ਸਪਰੇਆਂ ਆਈਆਂ, ਸਾਰਾ ਕੁਝ ਆਇਆ, ਉਦੋਂ ਪ੍ਰੂਵ ਹੋ ਚੁੱਕਾ ਸੀਗਾ ਕਿ ਇਹ ਨੁਕਸਾਨ ਕਰਦੀਆਂ ਨੇ ਅਤੇ ਸਿਹਤ ਦਾ ਸੱਤਿਆਨਾਸ਼ ਮਾਰਦੀਆਂ ਨੇ। ਪ੍ਰੂਵ ਹੋ ਚੁੱਕਾ ਸੀ। ਜਦੋਂ ਉਹਨਾਂ ਨੇ ਸਾਨੂੰ ਇਸ ਰਾਹ ਪਾਇਆ ਗ੍ਰੀਨ ਰੈਵੋਲੂਸ਼ਨ ਦੇ, ਆਲਰੇਡੀ ਜਿਹੜੀ ਹੈ ਸਾਇਲੈਂਟ ਸਪਰਿੰਗ ਨਾਂ ਦੀ ਬੁੱਕ ਆ ਗਈ ਸੀ ਅਮਰੀਕਾ ਦੇ ਅੰਦਰ 60s 'ਚ, ਸਾਨੂੰ ਇਹ ਲਾਇਆ 70s 'ਚ। ਸਾਇਲੈਂਟ ਸਪਰਿੰਗ ਉਹ ਬੁੱਕ ਹੈ ਜਿਹਨੇ ਕਿ ਉਸ ਵੇਲੇ ਪ੍ਰੂਵ ਕਰਤਾ ਸੀਗਾ ਕਿ DDT ਜਿਹੜੀ ਹੈ ਇਹ ਤਬਾਹੀ ਕਰ ਰਹੀ ਹੈ। ਉਹਨੇ ਉਸ ਗੱਲ ਦੇ ਬਾਵਜੂਦ ਸਾਡੇ ਸਾਰਾ ਸਿਸਟਮ ਲੈ ਕੇ ਆਏ। ਇਹਦਾ ਮਤਲਬ ਇਹਨੂੰ ਪਤਾ ਸੀ ਵੀ ਬਿਮਾਰੀਆਂ ਕਰਨਗੀਆਂ। ਹੁਣ ਤੁਸੀਂ ਪਹਿਲਾਂ ਤਾਂ ਐਗਰੋ ਕੈਮੀਕਲਸ ਵਰਤੋ ਅਤੇ ਬਿਮਾਰ ਕਰੋ ਲੋਕਾਂ ਨੂੰ, ਫਿਰ ਤੁਸੀਂ ਦਵਾਈਆਂ ਦੇ ਕੇ ਇਹ ਆਹ ਲੁੱਟ ਖਸੁੱਟ ਮਚਾਓ। ਤੁਸੀਂ ਦੇਖੋ ਨਾ, ਲੋਕ ਚਾਰਜ ਸ਼ੁਰੂ ਕਰ ਗਏ। ਪਹਿਲਾਂ ਤਾਂ ਤੁਹਾਡੀ ਖੇਤੀ ਖਰਾਬ ਕਰਤੀ, ਤੁਹਾਡਾ ਫੂਡ ਖਰਾਬ ਕਰਤਾ, ਉਹਨੇ ਤੁਹਾਨੂੰ ਬਿਮਾਰ ਕਰਤਾ। ਬਿਮਾਰੀਆਂ ਭਿਅੰਕਰ ਆ ਗਈਆਂ, ਸਰੀਰਕ ਵੀ ਆ ਗਈਆਂ, ਮਾਨਸਿਕ ਵੀ ਆ ਗਈਆਂ, ਪ੍ਰਜਨਨ ਪ੍ਰਕਾਰ ਲਈ ਫੇਲ ਹੋ ਗਈ। ਹੁਣ ਦੂਜੇ ਪਾਸੇ
ਕੰਪਨੀਆਂ ਦਵਾਈਆਂ ਵੇਚ ਰਹੀਆਂ ਨੇ। ਹੁਣ ਕੰਪਨੀਆਂ ਦਵਾਈਆਂ ਤੋਂ ਵੀ ਗਾਂਹ ਜਾ ਕੇ ਹਸਪੀਟਲ ਖੁੱਲ੍ਹਣ ਲੱਗ ਗਈਆਂ, ਵੱਡੇ 5 ਸਟਾਰ ਹੋਟਲਾਂ ਵਰਗੇ ਹਸਪਤਾਲ। ਪਰ 4 ਸਵੇਰੇ ਤੁਹਾਡੀ ਘੇਰਾਬੰਦੀ ਹੈ, ਸਰਕਾਰੀ ਹਸਪਤਾਲ ਫੇਲ ਕਰੀ ਜਾ ਰਹੇ ਆ। ਤੜਾਤੜ ਸਰਕਾਰੀ ਕੰਪਨੀਆਂ ਪਹਿਲਾਂ ਬੰਦ ਕਰਾਤੀਆਂ ਦਵਾਈਆਂ ਬਣਾਉਣ ਵਾਲੀਆਂ, IDPL ਸੀਗੀ, HAL ਸੀਗੀ, ਸਾਰੀਆਂ ਬੰਦ ਹੋ ਗਈਆਂ। ਹੁਣ ਪ੍ਰਾਈਵੇਟ ਕੰਪਨੀਆਂ ਨੇ ਮਲਟੀਨੈਸ਼ਨਲ, ਔਰ ਹੁਣ ਨਿੱਕੇ ਹਸਪਤਾਲ ਵੀ ਬੰਦ ਕਰਾਉਣ ਨੂੰ ਫਿਰਦੇ ਆ। ਵੱਡੇ ਕਾਰਪੋਰੇਟ ਦੇ ਹਸਪਤਾਲ ਆ ਗਏ ਆ, ਉਹਦੇ ਨਾਲ ਤੁਸੀਂ ਕੰਪੀਟ ਨਹੀਂ ਕਰ ਸਕਦੇ ਕਿਉਂਕਿ ਇੰਸ਼ੋਰੈਂਸ ਕੰਪਨੀਆਂ ਆ ਗਈਆਂ। ਜਿਹੜਾ ਵੱਡਾ ਹਸਪਤਾਲ ਹੈ ਉਹ ਤਾਂ ਹਰ ਇੰਸ਼ੋਰੈਂਸ ਕੰਪਨੀ ਨਾਲ ਲੈਣ ਦੇਣ ਕਰ ਲੂਗਾ, ਕਿਉਂਕਿ ਉਹਦੇ ਕੋਲ ਕੈਪੈਸਿਟੀ ਹੈ ਕਿ ਉਹ ਲੱਖਾਂ ਕਰੋੜਾਂ ਰੁਪਏ ਐਡਵਾਂਸ ਖਰਚ ਸਕਦਾ, ਕਿਉਂਕਿ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਨੇ ਉਹ 2 ਮਹੀਨੇ 3 ਮਹੀਨੇ ਕਲੇਮ ਨਹੀਂ ਦਿੰਦੀਆਂ। ਜਿਹੜਾ ਤਾਂ ਵੱਡਾ ਹਸਪਤਾਲ ਹੈ ਜਿਹਦੀ ਕੈਪੈਸਿਟੀ ਹੈ ਉਹ ਤਾਂ ਉਹਨਾਂ ਬਿੱਲ ਪੈਂਡਿੰਗ ਕਰ ਲੂਗਾ, ਉਹ ਸਾਰੀ ਇੰਸ਼ੋਰੈਂਸ ਜਿਹੜੀ ਮੈਨੂੰ ਕੈਸ਼ਲੈਸ ਕਰ ਦੇਗਾ। ਜਿਹੜਾ ਛੋਟਾ ਹਸਪਤਾਲ ਵਿਚਾਰਾ ਉਹ ਕੀ ਕਰੇਗਾ? ਉਹਦੇ ਕੋਲ ਇੰਨੀ ਕੈਪੈਸਿਟੀ ਹੈ ਨਹੀਂ ਕਿ ਵੀ ਉਹਨਾਂ ਨੂੰ ਬਰਾਈਬ ਕਰ ਸਕੇ ਇੰਸ਼ੋਰੈਂਸ ਵਾਲਿਆਂ ਨੂੰ, ਉਹ ਇੰਸ਼ੋਰੈਂਸ ਵਾਲੇ ਤੰਗ ਕਰਨਗੇ ਉਹਨੂੰ। ਜਿਹੜੇ ਹਸਪੀਟਲ ਇੰਸ਼ੋਰੈਂਸ ਕੰਪਨੀਆਂ ਦੇ ਬੰਦਿਆਂ ਨੂੰ ਖੁਸ਼ ਕਰ ਲੈਣਗੇ ਉਹਨਾਂ ਦੀ ਰੀਇੰਬਰਸਮੈਂਟ ਫਟਾਫਟ ਆਉਣਗੀਆਂ, ਜਿਹੜੇ ਨਹੀਂ ਖੁਸ਼ ਕਰ ਸਕਦੇ ਉਹਨੂੰ ਤੰਗ ਕਰਨਗੇ। ਹੌਲੀ ਹੌਲੀ ਛੋਟੇ ਹਸਪਤਾਲ ਥੋੜ੍ਹੇ ਦੇਖੋ ਉਹ ਖਤਮ ਹੋ ਜਾਣੇ ਆ। ਅਲਟੀਮੇਟਲੀ ਤੁਹਾਨੂੰ ਮਜਬੂਰ ਕਰਨਗੇ ਕਿ ਤੁਸੀਂ ਵੱਡੇ ਹਸਪਤਾਲਾਂ 'ਚ ਜਾਓ। ਵੱਡੇ ਹਸਪਤਾਲਾਂ ਦੇ ਜਿਹੜੇ ਰੇਟਸ ਨੇ ਉਹ ਆਪਾਂ ਨੂੰ ਪਤਾ ਕਿੱਦਾਂ ਦੇ ਆ। ਤਾਂ ਇਹ ਸਾਰਾ ਜਿਹੜਾ ਮੈਂ ਕਹਿ ਰਿਹਾ ਸੀ ਕਿ ਇਹ ਜਿਹੜਾ ਮਾਫੀਆ ਸਟਾਈਲ ਹੈ, ਇਹ ਮਾਫੀਆ ਉਹ ਚਾਹੇ ਉਹ ਐਗਰੋਕੈਮੀਕਲ ਦਾ ਮਾਫੀਆ, ਚਾਹੇ ਉਹ ਵੈਟਰਨਰੀ 'ਚ ਹੈਗਾ ਮਾਫੀਆ, ਚਾਹੇ ਉਹ ਹਿਊਮਨ ਹੈਲਥ 'ਚ ਮਾਫੀਆ, ਜਾਂ ਬੜੇ ਜਿਹੜੇ 5 ਸਟਾਰ ਹੋਟਲਾਂ ਵਰਗੇ ਜਿਹੜੇ ਹਸਪੀਟਲ ਜਾ ਰਹੇ ਆ, ਇਹ ਘੇਰਾਬੰਦੀ ਹੋ ਰਹੀ ਹੈ ਔਰ ਸਰਕਾਰੀ ਹਸਪਤਾਲ ਧੜਾਧੜ ਫੇਲ ਹੋ ਰਹੇ ਆ। ਤਾਂ ਉਹ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਮਾਫੀਆ ਸਟਾਈਲ ਹੈ। ਉਸੇ ਦਾ ਇਹ ਪਾਰਟ ਜਿਹੜਾ ਇਹ ਰਿਟ ਹੋ ਰਹੀ ਹੈ, ਉਹਦੀ ਜਸਟ ਇੱਕ ਛੋਟੀ ਜਿਹੀ ਇੱਕ ਝਲਕ ਹੈ। ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਇੰਨੀ ਬੇਸ਼ਕੀਮਤੀ ਜਾਣਕਾਰੀ ਜਿਹੜੀ ਹੈ ਅਤੇ ਆਪਣਾ ਤਜਰਬਾ ਜਿਹੜਾ ਹੁਣ ਤੱਕ ਦਾ ਤੁਹਾਡਾ ਸਰਕਾਰੀ ਜੌਬ ਦੇ ਵਿੱਚ ਰਿਹਾ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਸਾਨੂੰ ਇੱਕ ਅਜਿਹੇ ਵਿਸ਼ੇ ਦੇ ਉੱਤੇ ਵਿਸ਼ਲੇਸ਼ਣ ਕਰਕੇ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਫਾਰਮਾਸਿਊਟੀਕਲ ਕੰਪਨੀਆਂ, ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਡਾਕਟਰਸ ਦੇ ਨਾਲ ਜਿਹੜਾ ਤਾਲਮੇਲ ਕਰਕੇ ਹਜ਼ਾਰਾਂ ਕਰੋੜ ਰੁਪਏ ਦੇ ਗਿਫਟ ਜਿਹੜੀ ਉਹਨਾਂ ਨੂੰ ਵੰਡਦੀਆਂ ਅਤੇ ਅੱਗੇ ਆਪਣੀ ਸਿਰਫ ਦਵਾਈ ਨੂੰ ਪ੍ਰਮੋਟ ਕਰਨ ਲਈ ਨਾ ਸਿਰਫ ਡਾਕਟਰਸ ਨੂੰ ਬਲਕਿ ਅੱਗੇ ਕੈਮਿਸਟਾਂ ਨੂੰ, ਅੱਗੇ ਮੈਡੀਕਲ ਰਿਪਰੈਜ਼ੈਂਟੇਟਿਵਸ ਨੂੰ ਅਤੇ ਹੋਰ ਅੱਗੇ ਜਿਹੜੇ ਉਹਨਾਂ ਦੇ ਨਾਲ ਰਿਲੇਟਡ ਬੰਦੇ ਹੁੰਦੇ ਨੇ ਉਹਨਾਂ ਨੂੰ ਵੀ ਪੈਸੇ, ਨਗਦ ਪੈਸੇ, ਗਿਫਟ, ਫੋਰਨ ਟੂਰ ਅਤੇ ਹੋਰ ਪਤਾ ਨਹੀਂ ਕੀ ਕੁਛ ਉਹਨਾਂ ਨੂੰ ਦਿੱਤਾ ਜਾਂਦਾ ਤਾਂ ਕਿ ਉਹਨਾਂ ਦੀਆਂ ਦਵਾਈਆਂ ਨੂੰ ਪ੍ਰਮੋਟ ਕੀਤਾ ਜਾਵੇ। ਅਤੇ ਇਹਦੇ ਪੂਰੇ ਪਿੱਛੇ ਦੇ ਕਾਰਨ ਜਿਹੜੇ ਨੇ ਉਹ ਤੁਹਾਡੇ ਸਾਹਮਣੇ ਰੱਖੇ ਨੇ। ਅਤੇ ਇਹ ਮਸਲਾ ਤਾਂ ਉੱਠਿਆ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਇੱਕ PIL ਯਾਨੀ ਪਬਲਿਕ ਇੰਟਰਸਟ ਲਿਟੀਗੇਸ਼ਨ ਯਾਨੀ ਕਿ ਜਨਹਿਤ ਪਟੀਸ਼ਨ ਜਿਹੜੀ ਹੈ ਫਾਈਲ ਹੋਈ ਹੈ ਕਿ ਡੋਲੋ 650 ਜਿਹੜੀ ਦਵਾਈ ਹੈ ਉਹ ਉਸ ਕੰਪਨੀ ਨੇ ਡਾਕਟਰਾਂ ਨੂੰ ਆਪਣੀ ਦਵਾਈ ਲਿਖ ਕੇ ਦੇਣ ਲਈ ਮਰੀਜ਼ਾਂ ਨੂੰ 1000 ਕਰੋੜ ਰੁਪਏ ਦੇ ਗਿਫਟ ਵੰਡੇ ਨੇ। ਅਤੇ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਕੋਲੋਂ 10 ਦਿਨ ਦੇ ਵਿੱਚ ਜਵਾਬ ਮੰਗਿਆ ਅਤੇ ਜਸਟਿਸ ਬਪੰਨਾ ਨੇ ਇਸ ਮਾਮਲੇ ਦੇ ਵਿੱਚ ਚਿੰਤਾ ਜ਼ਾਹਰ ਕੀਤੀ ਹੈ ਕਿ ਮੈਂ ਜਦੋਂ ਬਿਮਾਰ ਹੋਇਆ ਸੀ, ਕੋਵਿਡ ਹੋਇਆ ਸੀ ਉਦੋਂ ਮੈਨੂੰ ਵੀ ਡੋਲੋ 650 ਜਿਹੜੀ ਉਹ ਰਿਕਮੈਂਡ ਕੀਤੀ ਗਈ ਸੀ ਅਤੇ ਇਹ ਬੜਾ ਗੰਭੀਰ ਵਿਸ਼ਾ ਹੈ, ਬੜੀ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਦੇ ਉੱਤੇ ਜਿਹੜੀ ਆ ਉਹ ਜਾਂਚ ਜ਼ਰੂਰੀ ਹੋਣੀ ਚਾਹੀਦੀ ਹੈ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਅਤੇ ਜੇ ਪਸੰਦ ਆਈ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪਬਲਿਕ ਨੂੰ ਇਹ ਅਵੇਅਰਨੈਸ ਪੈਦਾ ਹੋਵੇ, ਉਹ ਬਿਨਾਂ ਮਤਲਬ ਤੋਂ ਉਹ ਗੈਰ ਵਾਜਬ ਜਿਹੜੀਆਂ ਦਵਾਈਆਂ ਨਾ ਲੈਣ, ਜਿਹੜੀਆਂ ਦਵਾਈਆਂ ਸਾਨੂੰ ਲੋੜ ਨਹੀਂ ਹਨ। ਸਿਆਣੇ ਡਾਕਟਰਾਂ ਦੀ ਸੁਣੀ ਜਾਵੇ ਅਤੇ ਆਪਣੇ ਆਪ ਨੂੰ ਠੀਕ ਕਰਨ ਦਾ ਜਿਹੜਾ ਵੀ ਡਾਕਟਰ ਤੁਹਾਨੂੰ ਕੁਦਰਤੀ ਢੰਗ ਦੱਸ ਰਿਹਾ ਉਸ ਨੂੰ ਬੜਾ ਨੇੜੇ ਹੋ ਕੇ ਸੁਣਿਆ ਜਾਵੇ। ਜੇ ਤੁਹਾਨੂੰ ਨਹੀਂ ਵੀ ਯਕੀਨ ਤਾਂ ਇੱਕ ਵਾਰੀ ਤੁਹਾਨੂੰ ਅਪਣਾ ਕੇ ਵੇਖਣ 'ਚ ਕੋਈ ਹਰਜ ਨਹੀਂ ਹੈਗਾ। ਜੇ ਅਪਣਾ ਕੇ ਤੁਹਾਨੂੰ ਰਿਜ਼ਲਟ ਮਿਲਦੇ ਨੇ ਤਾਂ ਫਿਰ ਇਸ ਦੇ ਵਿੱਚ ਬੜੀ ਵੱਡੀ ਗੱਲ ਨਿਕਲ ਕੇ ਸਾਹਮਣੇ ਆਏਗੀ। ਤੁਸੀਂ ਇੱਕ ਵੱਡੀ ਲੁੱਟ ਤੋਂ ਵੀ ਬਚੋਗੇ, ਤੁਸੀਂ ਸਰੀਰ ਖਰਾਬ ਹੋਣ ਤੋਂ ਵੀ ਬਚੋਗੇ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲੋਕਾਂ ਕੋਲੇ ਹੱਲ ਪਹੁੰਚੇ ਅਤੇ ਜੇ ਉਹਨਾਂ ਦੇ ਵਿੱਚੋਂ ਇੱਕ ਬੰਦਾ ਵੀ ਇਸ ਵੀਡੀਓ ਨੂੰ ਦੇਖ ਕੇ ਆਪਣੀ ਜ਼ਿੰਦਗੀ ਨੂੰ ਬਦਲ ਲੈਂਦਾ ਹੈ, ਇਸ ਪੂਰੇ ਭੰਬਲ ਭੂਸੇ 'ਚੋਂ ਨਿਕਲ ਜਾਂਦਾ ਹੈ, ਆਪਣੀ ਲੁੱਟ ਤੋਂ ਵੀ ਅਤੇ ਸਰੀਰਕ ਜਿਹੜੀ ਕਮਜ਼ੋਰੀ ਜਾਂ ਖਰਾਬ ਹੋਣ ਤੋਂ ਵੀ, ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਨਿਊਜ਼ ਏਸ਼ੀਆ ਪੰਜਾਬੀ, ਸਾਡੇ ਚੈਨਲ ਨਿਊਜ਼ ਏਸ਼ੀਆ ਹਿੰਦੀ, ਆਵਾਜ਼ੇ ਪੰਜਾਬ ਅਤੇ ਸਾਡੇ ਫੇਸਬੁੱਕ ਪੇਜ ਨੂੰ ਲਾਈਕ, ਸਬਸਕ੍ਰਾਈਬ ਅਤੇ ਫੋਲੋ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।